ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਵਾਹਿਗੁਰੂ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਹੁਰ ਥਨੇਸਰ ਸਤਿਗੁਰ ਗਏ, ਭੀਰ ਸੰਗ ਬਹੁ ਡੇਰਾ ਕਏ। ਬਾਹੁਰ ਥਨੇਸਰ ਸਤਿਗੁਰ ਗਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਹਾਜ਼ਰਾ ਹਜ਼ੂਰ ਗੁਰੂ, ਜਹਰਾ ਜਹੂਰ ਗੁਰੂ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਮਰੱਥ ਗੁਰੂ, ਪ੍ਰਤੱਖ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਪਿਆਰ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਬੜੇ ਹੀ ਪਿਆਰ ਨਾਲ ਗੁਰੂ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਕਥਾ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਤੀਰਥਾਂ 'ਤੇ ਵਸ ਰਹੇ ਲੋਕਾਂ ਦਾ ਭਲਾ ਕਰਨ ਵਾਸਤੇ, ਤੀਰਥਾਂ ਦਾ ਭਲਾ ਕਰਨ ਵਾਸਤੇ ਸਮੇਤ ਸੰਗਤਾਂ ਦੇ ਚਰਨ ਪਾ ਰਹੇ ਹੈ। ਉਹ ਪ੍ਰਸੰਗ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਮਨਕਣ ਮੁਨੀ ਦੀ ਕਥਾ ਕੱਲ੍ਹ ਆਪ ਜੀ ਨੇ ਸਰਵਣ ਕੀਤੀ। ਸੱਚੇ ਪਾਤਸ਼ਾਹ ਜੀ ਨੇ ਕਿਵੇਂ ਸਿੱਖਿਆ ਦਿੱਤੀ ਹੈ। ਜਪ ਤਪ ਭਜਨ ਬੰਦਗੀ ਕਰਦਿਆਂ ਕਈ ਵਾਰੀ ਬੰਦਾ ਆਪਣੀ ਛੋਟੀ ਜਿਹੀ ਅਵਸਥਾ ਨੂੰ ਵੇਖ ਕੇ ਤੇ ਬੜਾ ਹੰਕਾਰੀ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਉਹਦੇ ਤੋਂ ਬਚਣ ਦਾ ਉਪਦੇਸ਼ ਦਿੱਤਾ ਜੀ। ਇਹ ਕਥਾ ਤੁਸੀਂ ਕੱਲ੍ਹ ਸਰਵਣ ਕੀਤੀ। ਮਹਾਰਾਜ ਗਰੀਬ ਨਵਾਜ ਜੋਤੀ ਸਰ ਪਹੁੰਚੇ ਹੈ। ਜੋਤੀ ਸਰ ਸਾਧ ਸੰਗਤ ਜੀ ਜਿੱਥੇ ਗੀਤਾ ਦਾ ਉਪਦੇਸ਼ ਦਿੱਤਾ,
ਉਹ ਅਸਥਾਨ ਮਹਾਰਾਜ ਨੇ ਸਿੱਖਾਂ ਨੂੰ ਵਿਖਾਇਆ। ਉਸ ਅਸਥਾਨ ਦੇ ਉੱਤੇ ਜਾ ਕੇ ਲੋੜਵੰਦਾਂ ਨੂੰ ਦਾਨ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਅਮਰਦਾਸ ਸਾਹਿਬ ਹੁਣ ਅੱਗੇ ਜਿੱਥੇ ਜਿੱਥੇ ਜਾ ਰਹੇ ਆ, ਸਤਿਗੁਰੂ ਜੀ ਦੇ ਨਾਲ ਹਜ਼ਾਰਾਂ ਹੀ ਸੰਗਤਾਂ ਦਾ ਇਕੱਠ ਹੋ ਗਿਆ। ਮਹਾਰਾਜ ਜਿੱਧਰ ਜਿੱਧਰ ਜਾ ਰਹੇ ਆ, ਜਿਵੇਂ ਜਿਵੇਂ ਕਿਰਪਾ ਕਰ ਰਹੇ ਆ, ਇਹ ਸਾਰੀ ਕਥਾ ਆ ਰਹੀ ਹੈ। ਆਪ ਜੀ ਬੜੇ ਪਿਆਰ ਨਾਲ ਧਿਆਨ ਨਾਲ ਸਰਵਣ ਕਰੋ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਾਹਰ ਥਨੇਸਰ ਸਤਿਗੁਰ ਗਏ। ਉੱਥੋਂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਥਨੇਸਰ ਗਏ ਜੀ। ਥਨੇਸਰ ਇਹ ਵੀ ਕੁਰੂਕਸ਼ੇਤਰ ਦੇ ਵਿੱਚ ਲਾਗੇ ਲਾਗੇ ਹੀ ਅਸਥਾਨ ਹੈ ਜੀ ਸਾਰੇ। ਹਾਂਜੀ। ਭੀਰ ਸੰਗ ਬਹੁ ਡੇਰਾ ਕਏ। ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਹੈ ਤੇ ਮਹਾਰਾਜ ਨੇ ਥਨੇਸਰ ਹੀ ਡੇਰਾ ਕੀਤਾ ਜੀ। ਭਾਵ ਸ਼ਾਮਾਂ ਪੈ ਗਈਆਂ ਜੀ। ਥਨੇਸਰ ਜਦੋਂ ਮਹਾਰਾਜ ਗਏ ਸਮੇਤ ਸੰਗਤਾਂ ਦੇ ਰਾਤ ਸੱਚੇ ਪਾਤਸ਼ਾਹ ਥਨੇਸਰ ਰਹੇ ਜੀ। ਹਾਂਜੀ। ਖਾਨ ਪਾਨ ਕਰ ਨਿਸ ਬਿਸਰਾਮੇ। ਸ਼ਾਮਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੋਇਆ। ਕਥਾ ਕੀਰਤਨ ਤੋਂ ਬਾਅਦ ਖੂਬ ਪ੍ਰਸ਼ਾਦਾ ਪਾਣੀ ਵਰਤਿਆ, ਸਭਨਾਂ ਨੇ ਛਕਿਆ, ਮੁੜ ਆਰਾਮ ਕੀਤਾ ਜੀ। ਹਾਂਜੀ। ਕਰਨ ਕੀਰਤਨ ਉੱਠ ਰਹਿ ਜਾਮੇ। ਹਜੂਰ ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਉੱਠੇ। ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਹੋਇਆ। ਕੀਰਤਨ ਦੀ ਮਰਜ਼ਾਦਾ ਨਹੀਂ ਸੀ ਮਹਾਰਾਜ ਤੋੜਦੇ। ਜਿੱਥੇ ਹੁੰਦੇ ਉੱਥੇ ਹੀ ਉਸ ਸਮੇਂ ਅਨੁਸਾਰ ਕੀਰਤਨ ਸ਼ੁਰੂ ਹੋ ਜਾਂਦਾ ਜੀ। ਹਾਂਜੀ। ਰਾਗਨ ਕੀ ਧੁਨ ਸੁੰਦਰ ਸਾਥ। ਐਨ ਬੜੇ ਸਹੀ ਸਮੇਂ ਤੇ ਕੀਰਤਨ ਸ਼ੁਰੂ ਹੋਣਾ ਤੇ ਬਾਬੀਆਂ ਨੇ ਰਾਗੀਆਂ ਨੇ ਬਹੁਤ ਸੋਹਣਾ ਬੜੀਆਂ ਮਿੱਠੀਆਂ ਆਵਾਜ਼ਾਂ ਦੇ ਵਿੱਚ ਰਾਗਾਂ ਦੇ ਵਿੱਚ ਗੁਰੂ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ। ਉਪਜਤ ਪ੍ਰੇਮ ਪਰਮੇਸ਼ਰ ਨਾਥ। ਗੁਰੂ ਕੇ ਪ੍ਰੇਮੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਥਨੇਸਰ ਤੀਰਥ ਤੇ ਬੈਠੇ ਕੀਰਤਨ ਸੁਣ ਰਹੇ ਐ। ਸੁਣਨ ਵਾਲਿਆਂ ਦੇ ਮਨ ਵਿੱਚ ਬੜਾ ਪ੍ਰੇਮ ਪੈਦਾ ਹੋ ਰਿਹਾ ਪਰਮੇਸ਼ਰ ਜੀ ਦੇ ਨਾਲ। ਹਾਂਜੀ। ਭਇਓ ਪ੍ਰਕਾਸ਼ ਪ੍ਰਾਤ ਕੋ ਜਾਨਾ। ਉਧਰੋਂ ਹੌਲੀ ਹੌਲੀ ਕੀਰਤਨ ਦਾ ਭੋਗ ਪੈਣ ਦਾ ਸਮਾਂ ਆ ਗਿਆ। ਦਿਨ ਚੜ ਗਿਆ ਜੀ। ਹਾਂਜੀ। ਕੀਨ ਤੀਰਥਨ ਬਿਖੈ ਇਸ਼ਨਾਨਾ। ਆਏ ਹੋਏ ਪ੍ਰੇਮੀਆਂ ਨੇ ਲਾਗੇ ਲਾਗੇ ਜਿੱਥੇ ਜਿੱਥੇ ਜਿਹਨੂੰ ਪ੍ਰਬੰਧ ਵਿਖਿਆ ਸਾਰਿਆਂ ਨੇ ਇਸ਼ਨਾਨ ਪਾਨ ਕੀਤਾ ਜੀ। ਹਾਂਜੀ। ਸਾਰਸੁਤੀ ਸਲਤਾ ਜਲ ਪਾਵਨ। ਸਰਸਵਤੀ ਜਿਹੜਾ ਦਰਿਆ ਇਹ ਬੜੇ ਪਿਆਰ ਨਾਲ ਵਗ ਰਿਹਾ ਜੀ ਉੱਥੋਂ। ਹਾਂਜੀ। ਗਇਓ ਪ੍ਰਵਾਹ ਪੁੰਨ ਬਹੁ ਥਾਵਨ। ਤੇ ਸੰਗਤਾਂ ਬਹੁਤੀਆਂ ਸੰਗਤਾਂ ਜਿਹੜੀਆਂ ਉਹ ਦਰਿਆ ਦੇ ਵਿੱਚ ਹੀ ਇਸ਼ਨਾਨ ਕਰ ਰਹੀਆਂ ਜੀ। ਪਹਿਲਾਂ ਪ੍ਰਬੰਧ ਹੀ ਨਹੀਂ ਸੀ ਹੋਰ ਹੁੰਦੇ ਜੀ। ਹਾਂਜੀ। ਤੀਰਥ ਬ੍ਰਿੰਦ ਬਿਖੈ ਬਹਿ ਬਾਰੀ। ਸਾਰੇ ਤੀਰਥਾਂ ਤੋਂ ਸਰਸਵਤੀ ਲੰਘਦੀ ਸੀਗੀ। ਬੜਾ ਤੇਜ਼ ਜਲ ਲੰਘਦਾ ਸੀਗਾ। ਗੁਰੂ ਸਾਹਿਬ ਵੀ ਉਹਦੇ ਵਿੱਚ ਹੀ ਇਸ਼ਨਾਨ ਕਰਦੇ ਆ। ਸਿੱਖ ਸੰਗਤਾਂ ਵੀ ਇਸ਼ਨਾਨ ਕਰਦੀਆਂ ਨੇ। ਹਾਂਜੀ। ਪਾਵਨ ਕਰੀ ਭੂਮਿਕਾ ਸਾਰੀ। ਸਾਰੀ ਦੀ ਸਾਰੀ ਧਰਤੀ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਪਵਿੱਤਰ ਕਰ ਰਹੇ ਆ। ਹਾਂਜੀ। ਤਿਸ ਮਹਿ ਕਰ ਇਸ਼ਨਾਨ ਹਰ ਖਾਏ। ਜਪ ਪ੍ਰਭ ਦਾਨ ਦੀਨ ਸਮੁਦਾਏ। ਉਹਦੇ ਵਿੱਚ ਸਤਿਗੁਰੂ ਜੀ ਨੇ ਇਸ਼ਨਾਨ ਪਾਨ ਕੀਤਾ ਤੇ ਸਾਧ ਸੰਗਤ ਜੀ ਦਾਨ ਵੀ ਕੀਤਾ। ਲੋੜਵੰਦਾਂ ਨੂੰ ਦਾਨ ਦਿੱਤਾ ਮਹਾਰਾਜ ਨੇ। ਹਾਂਜੀ। ਸਭ ਤੀਰਥ ਅਰ ਨਗਰ ਮਝਾਰਾ। ਸੁਨ ਸੁਨ ਸੁਧ ਨਰ ਕਰੈ ਉਚਾਰਾ। ਉਹ ਥਾਨੇਸਰ ਦੇ ਵਿੱਚ ਨਾ ਹੌਲੀ ਹੌਲੀ ਖਬਰਾਂ ਫੈਲ ਗਈਆਂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕੀ ਖਬਰਾਂ ਫੈਲੀਆਂ? ਖਬਰਾਂ ਇਹ ਫੈਲੀਆਂ ਸ਼੍ਰੀ ਨਾਨਕ ਤੇ ਤੀਸਰ ਥਾਨ। ਬੈਠੇ ਗਾਦੀ ਗੁਰੂ ਮਹਾਨ। ਆਪਸ ਵਿੱਚ ਲੋਕ ਗੱਲਾਂ ਕਰਦੇ। ਕਹਿੰਦੇ ਭਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਅਸਥਾਨ ਤੇ ਤੀਸਰੀ ਜਗ੍ਹਾ ਤੇ ਜਿਹੜੇ ਗੁਰੂ ਜੀ ਬੈਠੇ ਹਨ ਸੋ ਤੀਰਥ ਕਰਬੇ ਕਹੋ ਆਇਓ। ਉਹ ਥਾਨੇਸਰ ਆਏ ਹੈ। ਇਸ ਧਰਤੀ ਤੇ ਆਏ ਹੈ। ਇਹ ਖਬਰਾਂ ਆਸੇ ਪਾਸੇ ਫੈਲ ਗਈਆਂ ਜੀ। ਮਹਾ ਜੋਤ ਜਿਨ ਜਗ ਬਿਦਤਾਇਓ। ਮਹਾਨ ਜੋਤ ਪਰਮੇਸ਼ਰ ਦੀ ਉਹਨਾਂ ਵਿੱਚ ਪ੍ਰਗਟ ਹੈ। ਬੜੀ ਉੱਚੀ ਉਹਨਾਂ ਦੀ ਅਵਸਥਾ ਹੈ। ਆਸੇ ਪਾਸੇ ਦੇ ਲੋਕ ਜਿਹੜੇ ਆ ਨਾ
ਉਹ ਸੁਣ ਰਹੇ ਆ। ਕੀ ਸੁਣ ਰਹੇ ਆ? ਗੁਰੂ ਅਮਰਦਾਸ ਸਾਹਿਬ ਆਏ ਹਨ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸੰਨਿਆਸੀ ਬ੍ਰਹਮਚਾਰੀ ਬ੍ਰਿੰਦ। ਹੁਣ ਉਹ ਤੀਰਥ ਸੀਗਾ ਜੀ, ਤੀਰਥਾਂ ਤੇ ਸੰਨਿਆਸੀ ਵੀ ਰਹਿੰਦੇ ਆ, ਬ੍ਰਹਮਚਾਰੀ ਵੀ ਰਹਿੰਦੇ ਆ। ਜਿੰਨੇ ਸੰਨਿਆਸੀ ਬ੍ਰਹਮਚਾਰੀ ਸਨ, ਪੰਡਿਤ ਵਿਦਿਆ ਬਿਖੈ ਬਿਲੰਦ। ਫਿਰ ਬੜੇ ਬੜੇ ਵਿਦਵਾਨ ਵੀ ਉੱਥੇ ਰਹਿੰਦੇ ਸਨ ਜੀ। ਹਾਂਜੀ। ਬੈਰਾਗੀ ਆਦਿਕ ਬਹੁ ਵੇਖਨ। ਬੈਰਾਗੀ, ਸੰਨਿਆਸੀ, ਵਿਦਵਾਨ, ਬ੍ਰਹਮਚਾਰੀ, ਆਮ ਗ੍ਰਸਤੀ ਲੋਕ ਜਿਹੜੇ ਆ, ਚੱਲ ਆਏ ਸਤਿਗੁਰ ਕੋ ਦੇਖਨ। ਉਹ ਫਿਰ ਆਪਸ ਵਿੱਚ ਗੱਲਾਂ ਕਰਦੇ ਵੀ ਮਹਾਰਾਜ ਦੇ ਦਰਸ਼ਨ ਕਰਕੇ ਆਈਏ। ਗੱਜ ਕੇ ਆਖੋ ਵਾਹਿਗੁਰੂ। ਕਿਹੋ ਜਿਹੇ ਨੇ ਗੁਰੂ ਅਮਰਦਾਸ ਸਾਹਿਬ? ਕਿਉਂ ਗੁਰੂ ਨਾਨਕ ਸਾਹਿਬ ਤੇ ਇਹਨਾਂ ਸਾਰੀਆਂ ਥਾਵਾਂ ਤੇ ਨਿਹਾਲ ਕਰਕੇ ਜੀ ਇਹਨਾਂ ਨੂੰ। ਤੇ ਗੁਰੂ ਅਮਰਦਾਸ ਸਾਹਿਬ ਕੈਸੇ ਹਨ? ਇਹ ਵਿਚਾਰ ਬਣਾ ਕੇ ਬੈਰਾਗੀ, ਧਿਆਨੀ, ਸੰਨਿਆਸੀ, ਜਪੀ ਤਪੀ ਜਿਹੜੇ ਹੈ ਉਹ ਮਹਾਰਾਜ ਦੇ ਕੋਲ ਆਏ ਜੀ। ਖੁੱਲੀ ਥਾਂ ਸੀਗੀ, ਕਥਾ ਕੀਰਤਨ ਹੋ ਰਿਹਾ ਸੀਗਾ, ਗੁਰੂ ਅਮਰਦਾਸ ਸਾਹਿਬ ਆਸਣ ਤੇ ਬੈਠੇ ਸਨ ਜੀ। ਨਰ ਗ੍ਰਹਸਥੀ ਗੁਰ ਕੇ ਸਿੱਖ ਕੇਈ, ਗੁਰੂ ਦਰਸ਼ਨ ਹਿਤ ਆਏ ਤੇਈ। ਫਿਰ ਥਾਨੇਸਰ ਦੇ ਇਲਾਕੇ ਵਿੱਚ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਨ, ਗੁਰੂ ਘਰ ਨੂੰ ਮੰਨਣ ਵਾਲੀਆਂ ਸੰਗਤਾਂ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਆਏ ਹੈ, ਉਹ ਵੀ ਮਹਾਰਾਜ ਦੇ ਚਰਨਾਂ ਵਿੱਚ ਆਏ ਸਾਰੇ ਜੀ। ਲੇਕਰ ਕੇਤਿਕ ਸ਼ੁਭ ਪਕਵਾਨ। ਕਈ ਫਿਰ ਨਾ ਜੀ ਮਠਿਆਈਆਂ ਲੈ ਕੇ ਆਏ, ਪਦਾਰਥ ਬਣਾ ਕੇ ਲੈ ਕੇ ਆਏ। ਹਾਂਜੀ। ਕਿਨਹੂ ਸੁਮਨ ਸੋ ਲੀਨਸ ਪਾਨ। ਕਈ ਫੁੱਲ ਹੀ ਲੈ ਆਏ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾਣਾ। ਫੁੱਲ ਲਿਆ ਕੇ ਮੱਥਾ ਟੇਕਦੇ ਆ, ਗੁਰੂ ਸਾਹਿਬ ਜੀ ਨੂੰ ਚੜਾਉਂਦੇ ਆ। ਕੋ ਫਲ ਮੂਲ ਲਿਆਏ ਬੋ ਕਰੇ। ਕਈ ਫਿਰ ਫਲ ਲੈ ਕੇ ਆਏ ਜੀ ਪ੍ਰਸ਼ਾਦ ਦੇ ਰੂਪ ਵਿੱਚ। ਕੋਈ ਫੁੱਲ ਭੇਟਾ ਕਰ ਰਿਹਾ, ਕੋਈ ਫਲ ਭੇਟਾ ਕਰ ਰਿਹਾ, ਕੋਈ ਮਾਇਆ ਭੇਟਾ ਕਰ ਰਿਹਾ ਗੁਰੂ ਜੀ ਨੂੰ। ਚਾਰੋਂ ਵਰਨ ਭੇਟ ਕੋ ਧਰੈ। ਮਤਲਬ ਚਾਰੇ ਵਰਨ ਆਏ ਜੀ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼। ਥਨੇਸਰ 'ਚ ਜਿੰਨੇ ਲੋਕ ਸਨ ਨਾ, ਸਾਰੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਗੱਜ ਕੇ ਆਖੋ ਵਾਹਿਗੁਰੂ। ਬੜੇ ਪਿਆਰ ਨਾਲ ਮਹਾਰਾਜ ਦੇ ਦਰਸ਼ਨ ਕਰਦੇ ਆ। ਦਰਸਹਿ ਸਤਿਗੁਰ ਕਰ ਕਰ ਨਮੋ। ਤੇ ਨਾਲੇ ਤੇ ਦਰਸ਼ਨ ਕਰਦੇ ਆ, ਨਾਲੇ ਮੱਥਾ ਟੇਕਦੇ ਆ। ਤੁਸੀਂ ਸੁਰਤ ਕਰਕੇ ਦਰਸ਼ਨ ਕਰੋ, ਸਿਰ ਝੁਕਾਓ, ਪ੍ਰੇਮ ਨਾਲ ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਦਰਸ਼ਨ ਕਰਦੇ ਆ, ਮੱਥਾ ਟੇਕਦੇ ਆ। ਭਾਈ ਭੀਰ ਭਾਰੀ ਤਿਹ ਸਮੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਗੇ ਲਾਗੇ ਪਹਿਲਾਂ ਹੀ ਸਿੱਖ ਬਹੁਤ ਸਨ, ਤੇ ਹੁਣ ਤੇ ਖੂਬ ਇਕੱਠ ਹੋ ਗਿਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਗੇ। ਉਥੋਂ ਦੇ ਲੋਕਾਂ ਦਾ ਵੀ ਹਜ਼ਾਰਾਂ ਸਿੱਖ ਗੁਰੂ ਸਾਹਿਬ ਜੀ ਦੇ ਨਾਲ ਹਨ। ਹਾਂਜੀ। ਦੇਖਤ ਸਰਬ ਪ੍ਰਤਾਪ ਉਚੇਰੇ। ਉਥੋਂ ਦੇ ਜਿਹੜੇ ਲੋਕ ਹੈ ਨਾ, ਉਹ ਮਹਾਰਾਜ ਦਾ ਪ੍ਰਤਾਪ ਵੇਖਣ ਦਾ ਹੈ ਜੀ। ਵਾਹ ਵਾਹ, ਇੰਨਾ ਸੋਹਣਾ ਰੂਪ ਮਹਾਰਾਜ ਦਾ, ਇੰਨੀਆਂ ਸੰਗਤਾਂ, ਇੰਨੇ ਲੋਕ ਨਮਸਕਾਰਾਂ ਕਰ ਰਹੇ ਆ, ਤੇ ਦਰਸ਼ਨ ਕਰ ਕਰਕੇ ਹਿਰਦਾ ਹੀ ਸ਼ਾਂਤ ਹੋਈ ਜਾਂਦਾ ਜੀ। ਹਾਂਜੀ। ਧਰਿਓ ਸਰੂਪ ਜਨ ਗਿਆਨ ਵਡੇਰੇ। ਇਉਂ ਲੱਗਦਾ ਜਿਵੇਂ ਗਿਆਨ ਨਹੀਂ ਇਸ ਬਜ਼ੁਰਗ ਦਾ ਸਰੀਰ ਧਾਰਨ ਕੀਤਾ ਹੋਵੇ ਜੀ। ਖੁਦ ਬ੍ਰਹਮ ਗਿਆਨ ਹੀ ਆ ਗਿਆ ਹੋਵੇ ਧਰਤੀ ਤੇ ਸਰੀਰ ਧਾਰਨ ਕਰਕੇ, ਉਹਨਾਂ ਨੂੰ ਇਉਂ ਲੱਗਦਾ ਜੀ। ਹਾਂਜੀ। ਪੰਡਿਤ ਅਰ ਸੰਨਿਆਸੀ ਬ੍ਰਿੰਦਾ। ਆਮ ਪ੍ਰੇਮੀ ਜਿਹੜੇ ਆ, ਉਹ ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਖੁਸ਼ ਹੋਣ, ਸ਼ਾਂਤੀ ਲੈਣ, ਪ੍ਰੇਮ ਲੈਣ। ਪਰ ਜਿਹੜੇ ਸੰਨਿਆਸੀ ਆ, ਉਹਨਾਂ ਨੂੰ ਲੋਕ ਮੱਥਾ ਟੇਕਣੋਂ ਬੰਦ ਹੋ ਗਏ ਉਸ ਸਮੇਂ। ਕੁਝ ਵਿਦਵਾਨ ਸਨ। ਹਾਂਜੀ। ਟਿਕ ਬੈਠੇ ਹੰਕਾਰ ਬਿਲੰਦਾ। ਉਹ ਹਉਮੈ ਨਾਲ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਰਹੇ ਜੀ। ਗੁਰਮੁਖੋਂ ਪਤਾ ਲੱਗ ਜਾਂਦਾ ਜੀ, ਕਿਹੜਾ ਬੰਦਾ ਨਿਮਰਤਾ ਨਾਲ ਬੈਠਾ ਹੈ, ਕਿਹੜਾ ਬੰਦਾ ਹੰਕਾਰ ਨਾਲ ਬੈਠਾ ਹੈ ਜੀ। ਉਹ ਹਉਮੈ ਕਰਕੇ ਨਾ, ਹੰਕਾਰ ਨਾਲ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਰਹੇ ਜੀ। ਹਾਂਜੀ। ਸ਼੍ਰੀ ਸਤਿਗੁਰ ਕੋ ਦਰਸ਼ਨ ਕਰਿਓ। ਮਹਾਰਾਜ ਦੇ ਦਰਸ਼ਨ ਤੇ ਉਹਨਾਂ ਨੇ ਵੀ ਕੀਤੇ, ਪਰ ਅੰਦਰ ਹੰਕਾਰ ਸੀਗਾ ਜੀ ਬੜਾ।
ਕਰ ਬੰਦਨ ਕੋ ਪ੍ਰਸ਼ਨ ਉਚਰਿਓ। ਆ ਕੇ ਨਮਸਕਾਰ ਕਰਕੇ ਉਹ ਹੁਣ ਮਹਾਰਾਜ ਨੂੰ ਪ੍ਰਸ਼ਨ ਕਰਨ ਲੱਗੇ। ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਿਓ। ਹਾਂਜੀ। ਸ਼੍ਰੀ ਨਾਨਕ ਜੋ ਕੀਨਸ ਬਾਣੀ, ਤਿਸ ਕੋ ਕਾਰਨ ਪਰਹਿ ਨਾ ਜਾਣੀ। ਕਹਿਣ ਲੱਗੇ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੱਲ ਵੇਖਿਓ ਕਿਵੇਂ ਕਮਾਉਂਦੇ ਜੀ ਉਹ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਲਿਖੀ ਹੈ ਉਹਦਾ ਲਿਖਣ ਦਾ ਕੋਈ ਕਾਰਨ ਤੇ ਨਜ਼ਰ ਨਹੀਂ ਆਉਂਦਾ। ਭਾਵ ਬਾਣੀ ਕਿਉਂ ਲਿਖੀ ਮਹਾਰਾਜ ਨੇ। ਹਾਂਜੀ। ਆਗੈ ਹੁਤੇ ਸੋ ਵੇਦ ਪੁਰਾਣ। ਇਸ ਸੰਸਾਰ ਵਿੱਚ ਵੇਦ ਪੁਰਾਣ ਅੱਗੇ ਹੀ ਪਹਿਲਾਂ ਹੀ ਹੈਗੇ ਸੀਗੇ। ਹਾਂਜੀ। ਪਠਹਿ ਸੁਨਹਿ ਬਿਸਤਰੇ ਜਹਾਨ। ਤੇ ਸੰਸਾਰ ਉਹਨਾਂ ਨੂੰ ਪੜ੍ਹਦਾ ਹੈ, ਸੁਣਦਾ ਹੈ। ਸਾਰੇ ਜਗਤ 'ਚ ਵੇਦ ਪੁਰਾਣ ਪ੍ਰਸਿੱਧ ਨੇ। ਹਾਂਜੀ। ਸੋ ਕਲਿਆਣ ਕਰਤ ਜਗਿਆਸੀ। ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਪੜ੍ਹਨ ਵਾਲਿਆਂ ਦਾ ਕਲਿਆਣ ਹੋ ਰਿਹਾ, ਉਹ ਕਹਿ ਰਹੇ ਆ। ਹਾਂਜੀ। ਚਲਹਿ ਕਾਹੇ ਪਰ ਕੱਟਹਿ ਫਾਂਸੀ। ਕਹਿਣ ਲੱਗੇ ਮਹਾਰਾਜ ਜਿਹੜੇ ਮਨੁੱਖ ਵੇਦਾਂ ਪੁਰਾਣਾਂ ਦੇ ਕਹੇ ਅਨੁਸਾਰ ਚੱਲਦੇ ਆ ਉਹਨਾਂ ਦੀ ਜਮਾਂ ਦੀ ਫਾਈ ਕੱਟੀ ਜਾ ਰਹੀ ਹੈ। ਹਾਂਜੀ। ਮੁਕਤ ਪੰਥ ਕੋ ਨੀਕੀ ਭਾਂਤ, ਵਰਨਿਓ ਉਪਦੇਸ਼ ਜੋ ਬਖਿਆਤ। ਵੇਦ ਮੁਕਤੀ ਦਾ ਰਸਤਾ ਦੱਸਦੇ ਐ, ਬੜੇ ਜਗਤ ਵਿੱਚ ਪ੍ਰਸਿੱਧ ਨੇ। ਹਾਂਜੀ। ਤਿਨ ਕੇ ਹੋਤੇ ਸ਼੍ਰੀ ਗੁਰਬਾਣੀ, ਕਿਉਂ ਕੀਨਸ ਕੁਛ ਜਾਏ ਨਾ ਜਾਣੀ। ਵੇਦਾਂ ਦੇ ਹੁੰਦਿਆਂ ਪੁਰਾਣਾਂ ਦੇ ਹੁੰਦਿਆਂ ਜਦੋਂ ਉਹਨਾਂ ਦੀ ਬਾਣੀ ਭਲਾ ਕਰ ਰਹੀ ਹੈ, ਵੇਦ ਲੋਕਾਂ ਦਾ ਭਲਾ ਕਰ ਰਹੇ ਐ, ਤੇ ਫਿਰ ਗੁਰੂ ਜੀ ਨੇ ਤੇ ਤੁਸੀਂ ਬਾਣੀ ਕਿਉਂ ਉਚਾਰੀ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਸਵਾਲ ਕੀਤਾ ਜੀ ਉਹਨਾਂ ਨੇ ਵੀ ਬਾਣੀ ਤੇ ਅੱਗੇ ਧਰਤੀ ਤੇ ਹੈਗੀ ਹੈ, ਤੁਸੀਂ ਵੱਖਰੀ ਬਾਣੀ ਕਿਉਂ ਉਚਾਰੀ ਹੈ। ਹਾਂਜੀ। ਇਸ ਪ੍ਰਕਾਰ ਤੇ ਤਿਨ ਸੁਨਕਾਨ। ਮਹਾਰਾਜ ਇਹ ਸਾਨੂੰ ਸਮਝ ਨਹੀਂ ਆਉਂਦੀ, ਤੁਹਾਨੂੰ ਬਾਣੀ ਉਚਾਰਨ ਦੀ ਕੀ ਲੋੜ ਪੈ ਗਈ ਸੀ। ਅਸਲ ਵਿੱਚ ਗੁਰੂ ਜੀ ਦੀ ਬਾਣੀ ਸਿੱਖ ਪੜ੍ਹਨ ਬੜਾ ਲੱਗ ਪਏ ਸਨ, ਉਹਨਾਂ ਨੂੰ ਦੁੱਖ ਹੁੰਦਾ ਸੀਗਾ ਜੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਹਨਾਂ ਨੇ ਪ੍ਰਸ਼ਨ ਕੀਤਾ ਨਾ, ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਤਰ ਦੇਣ ਲੱਗੇ ਜੀ। ਹਾਂਜੀ। ਸ਼੍ਰੀ ਗੁਰ ਕੀਨਸ ਸ਼ਬਦ ਬਖਾਨ। ਉਹ ਕਹਿੰਦੇ ਬਾਣੀ ਕਿਉਂ ਉਚਾਰੀ ਹੈ, ਤੇ ਮਹਾਰਾਜ ਨੇ ਬਾਣੀ ਉਚਾਰ ਕੇ ਹੀ ਉਹਨਾਂ ਨੂੰ ਉੱਤਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਬਾਣੀ ਉਚਾਰੀ ਜੀ। ਹਾਂਜੀ। ਮਹੱਲਾ ਤੀਜਾ। ਗੌਰੀ ਬੈਰਾਗਣ ਸ਼੍ਰੀ ਮੁਖਵਾਕ। ਜੈਸੀ ਧਰਤੀ ਉਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ। ਮਹੱਲਾ ਤੀਜਾ। ਗੌੜੀ ਬੈਰਾਗਣ। ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਉਹ ਕਹਿੰਦੇ ਨਾ ਵੀ ਵੇਦ ਪੁਰਾਣ ਤੇ ਹੈਗੇ ਸੀਗੇ, ਤੇ ਮਹਾਰਾਜ ਨੇ ਬਾਣੀ ਕਿਉਂ ਉਚਾਰੀ। ਮਹਾਰਾਜ ਕਹਿੰਦੇ ਬ੍ਰਾਹਮਣਾਂ ਨੂੰ, ਮਹਾਰਾਜ ਆਪ ਬੋਲ ਰਹੇ, ਉਚਾਰ ਰਹੇ ਹੈ। ਮਹਾਰਾਜ ਕਹਿੰਦੇ ਪਿਆਰਿਓ, ਜਿਵੇਂ ਧਰਤੀ ਤੇ ਮੀਂਹ ਪੈਂਦਾ ਹੈ, ਮੀਂਹ ਦੀ ਕੀ ਲੋੜ ਹੈਗੀ ਹੈ, ਧਰਤੀ ਤੇ ਪਾਣੀ ਤੇ ਪਹਿਲਾਂ ਵੀ ਹੈਗਾ ਹੈ। ਇੰਨੇ 'ਚ ਹੀ ਤੁਹਾਨੂੰ ਬੜਾ ਕੁਝ ਪਤਾ ਲੱਗ ਗਿਆ ਹੋਣਾ ਜੀ। ਹਾਂਜੀ। ਧਰਤੀ ਤੇ ਸਮੁੰਦਰ ਹੈ, ਖੂਹ ਹੈ, ਨਹਿਰਾਂ ਨੇ, ਦਰਿਆ ਹੈ, ਫਿਰ ਵੀ ਮੀਂਹ ਪਾਉਂਦਾ ਰੱਬ ਜੀ। ਹਾਂਜੀ। ਜੈਸੇ ਧਰਤੀ ਮਦੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫਿਰਾਹੀ। ਕਹਿਣ ਲੱਗੇ ਧਰਤੀ ਵਿੱਚ ਪਾਣੀ ਪਹਿਲਾਂ ਹੀ ਸਮਾਇਆ, ਪਰ ਬੱਦਲ ਪੈਰਾਂ ਤੋਂ ਬਗੈਰ ਵੱਡੀ ਗਿਣਤੀ ਚ ਆ ਕੇ ਫਿਰ ਵਰਸਦਾ ਜੀ। ਧਰਤੀ ਦੇ ਥੱਲੇ ਵੀ ਪਾਣੀ ਹੈ, ਤੇ ਰੱਬ ਕਵੇ ਪਾਣੀ ਤੇ ਬਹੁਤ ਹੈਗਾ, ਮੀਂਹ ਦੀ ਲੋੜ ਨਹੀਂ ਹੈਗੀ। ਤੇ ਇੰਜ ਗੱਲ ਨਹੀਂ ਬਣਦੀ। ਜਿਹੜੀ ਗੱਲ ਮੀਂਹ ਨਾਲ ਬਣਨੀ ਉਹ ਮੀਂਹ ਨਾਲ ਹੀ ਬਣਨੀ ਹੈ। ਗੁਰਬਾਣੀ ਕੀ ਹੈ? ਗੁਰਬਾਣੀ ਧਰਤੀ ਦੇ ਜੀਆਂ ਤੇ ਮੀਂਹ ਪਾਇਆ ਪਰਮੇਸ਼ਰ ਨੇ। ਮੀਂਹੋਂ ਪਿਆ
ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਹੁਣ ਵੇਖ ਲਓ ਦੇਸ਼ਾਂ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਲੋਕ ਬਾਣੀ ਪੜ੍ਹ ਰਹੇ, ਸੁਣ ਰਹੇ ਆ। ਸਾਰੇ ਸੰਸਾਰ 'ਚ ਬਾਣੀ ਦਾ ਮੀਂਹ ਪੈ ਰਿਹਾ ਜੀ। ਸਾਰਾ ਸ਼ਬਦ ਪੜ੍ਹਦੇ ਹੋ, ਸੱਚੇ ਪਾਤਸ਼ਾਹ ਜੋ ਕਹਿ ਰਹੇ ਆ। ਹਾਂਜੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ, ਰੇ ਤੈਸੋ ਜਾਏ ਸਮਾਹੀ। ਰਹਾਉ ਇਸਤਰੀ ਪੁਰਖ ਹੋਏ ਕਹਿ ਕਿਆ, ਓਏ ਕਰਮ ਕਮਾਹੀ। ਨਾਨਾ ਰੂਪ ਸਦਾ ਹਹ ਤੇਰੇ, ਤੁਝ ਹੀ ਮਾਹੇ ਸਮਾਈ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੈ ਨਾਹੀ। ਜਾ ਕਾ ਕਾਰਜ ਸੋਈ ਪਰ ਜਾਣੈ, ਜੇ ਗੁਰ ਕੈ ਸ਼ਬਦ ਸਮਾਹੀ। ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ। ਨਾਨਕ ਤਤ ਤਤ ਸਿਉ ਮਿਲਿਆ, ਪੁਨਰਪ ਜਨਮ ਨਾ ਆਹੀ। ਬਾਬਾ ਤੂੰ ਐਸੇ ਭਰਮ ਭੁਲਾਹੀ, ਬਾਬਾ ਤੂੰ ਐਸੇ ਭਰਮ ਚੁਕਾਹੀ। ਜੋ ਕਿਛ ਕਰਤ ਹੈ ਸੋਈ ਹੈ ਰੇ, ਤੈਸੇ ਜਾਏ ਸਮਾਹੀ। ਗੱਜ ਕੇ ਆਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਜੀ। ਹੁਣ ਇਹ ਸ਼ਬਦ ਸੁਣ ਕੇ ਅੱਧਾ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਜੀ ਵੀ ਮਹਾਰਾਜ ਕੀ ਕਹਿ ਰਹੇ ਆ। ਸ਼ਬਦ ਸੰਪੂਰਨ ਕਰਕੇ ਮਹਾਰਾਜ ਨੇ ਫਿਰ ਬਚਨ ਸ਼ੁਰੂ ਕਰ ਦਿੱਤੇ ਜੀ। ਹਾਂਜੀ। ਚੌਪਈ ਵੇਦ ਪੁਰਾਨਨ ਕੋ ਉਪਦੇਸ਼, ਕਿਸਹੂ ਕੋ ਪ੍ਰਾਪਤ ਕਿਸ ਦੇਸ਼। ਮਹਾਰਾਜ ਕਹਿੰਦੇ ਸੁਣੋ ਬਾਣੀ ਕਿਉਂ ਲਿਖੀ ਹੈ। ਗੱਜ ਕੇ ਆਖੋ ਵਾਹਿਗੁਰੂ। ਵੇਦ ਪੁਰਾਣਾਂ ਦਾ ਜਿਹੜਾ ਉਪਦੇਸ਼ ਹੈ ਨਾ, ਕਿਸੇ ਕਿਸੇ ਦੇਸ਼ ਵਿੱਚ ਹੈਗਾ ਸੀ, ਸਾਰਿਆਂ ਦੇਸ਼ਾਂ ਵਿੱਚ ਨਹੀਂ ਸੀ ਹੈਗਾ ਜੀ। ਕਿਹੜੇ ਕਿਹੜੇ? ਬਨਾਰਸ ਵਿੱਚ ਸੀਗਾ ਜੀ, ਇਹਨਾਂ ਹਿੰਦੂ ਤੀਰਥਾਂ ਤੇ ਸੀ, ਬਾਕੀ ਥੋੜੀ ਥਾਵਾਂ ਤੇ ਹੈਗਾ ਸੀਗਾ ਜੀ ਉਹ। ਹਾਂਜੀ। ਪ੍ਰਥਮੇ ਨੀਕੀ ਹੋਵਹਿ ਜਾਤ। ਹੁਣ ਉਹ ਕਿਸੇ ਨੂੰ ਮਿਲਦਾ ਸੀਗਾ ਵੇਦਾਂ ਦਾ ਉਪਦੇਸ਼ ਲੈਣ ਵਾਸਤੇ, ਵੇਦਾਂ ਨੂੰ ਪੜ੍ਹਨ ਵਾਸਤੇ। ਮਹਾਰਾਜ ਕਹਿੰਦੇ ਕੁਝ ਗੱਲਾਂ ਚਾਹੀਦੀਆਂ ਸੀਗੀਆਂ ਜੀ। ਕਹਿੰਦੇ ਜੀ ਕਿਹੜੀਆਂ ਗੱਲਾਂ? ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਸਭ ਤੋਂ ਪਹਿਲਾਂ ਬੰਦੇ ਦੀ ਜਾਤ ਉੱਚੀ ਚਾਹੀਦੀ ਸੀਗੀ ਜੀ। ਬ੍ਰਾਹਮਣ ਤੇ ਖੱਤਰੀ ਪੜ੍ਹਦਾ ਸੀਗਾ ਜੀ, ਦੂਜੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਹੈਗਾ ਜੀ। ਮਹਾਰਾਜ ਕਹਿਣ ਲੱਗੇ ਪਹਿਲਾਂ ਤੇ ਜਾਤ ਉੱਚੀ ਚਾਹੀਦੀ ਹੈ। ਹਾਂਜੀ। ਪੁੰਨ ਤਿਸਤੇ ਚਾਹੇ ਮਤ ਅਵਦਾਤ। ਫਿਰ ਉਸ ਤੋਂ ਅੱਗੇ ਮੱਤ ਵਧੀਆ ਹੋਣੀ ਚਾਹੀਦੀ ਬੰਦੇ ਦੀ। ਹੁਣ ਵੇਖੋ ਨਾ ਜੀ, ਬ੍ਰਾਹਮਣਾਂ ਦੇ ਘਰ ਪੁੱਤ ਪੈਦਾ ਹੋਇਆ, ਅਕਲ ਧੇਲੇ ਦੀ ਨਾ ਹੋਵੇ ਤਾਂ ਵੇਦ ਕਿਵੇਂ ਪੜ੍ਹੇਗਾ ਜੀ। ਵੇਦ ਸੰਸਕ੍ਰਿਤ ਵਿੱਚ ਹੈ, ਵੇਦਾਂ ਨੂੰ ਸਮਝਣ ਵਾਲੀ ਮੱਤ ਚਾਹੀਦੀ ਹੈ। ਹਾਂਜੀ। ਬਾਹਰ ਅਭਿਆਸ ਕਮਾਵੇਂ ਘਨੋ। ਫਿਰ ਜਿਹਨੇ ਪੜ੍ਹਨਾ ਉਹਨੂੰ ਪਹਿਲਾਂ ਬੜੀ ਵਿੱਦਿਆ ਪੜ੍ਹਨੀ ਪੈਂਦੀ ਹੈ। ਹਾਂਜੀ। ਦੂਰ ਦੂਰ ਬੈਠਤ ਕਬਹੂ ਭਨੋ। ਦੂਰ ਦੂਰ ਬੈਠਤ ਕਬਹੂ ਭਨੋ। ਦੂਰ ਦੂਰ ਦਾ ਅਰਥ ਹੁੰਦਾ ਲੁੱਕ ਲੁੱਕ ਕੇ। ਤੇ ਮਹਾਰਾਜ ਕਹਿੰਦੇ ਜਿਹੜੇ ਵੇਦ ਪੜ੍ਹਦੇ ਤੇ ਪੜ੍ਹਾਉਂਦੇ ਲੁੱਕ ਲੁੱਕ ਕੇ ਪੜ੍ਹਾਉਂਦੇ ਆ, ਛੁਪ ਛੁਪ ਕੇ, ਕੋਈ ਹੋਰ ਨਾ ਸੁਣ ਲੈ ਜੀ। ਕਿਉਂ? ਸ਼ੂਦਰ ਨੂੰ ਵੇਦ ਸੁਣਨ ਦਾ ਅਧਿਕਾਰ ਨਹੀਂ ਸੀ ਹੈਗਾ ਜੀ। ਜੇ ਕੋਈ ਸ਼ੂਦਰ ਨੀਵੀਂ ਜਾਤ ਦਾ ਬੰਦਾ ਵੇਦ ਸੁਣ ਲੈਂਦਾ ਨਾ ਜੀ, ਤੇ ਮਨੂ ਸਿਮਰਤੀ ਵਿੱਚ ਲਿਖਿਆ ਸੀਗਾ ਤੇ ਉਹਦੇ ਅਨੁਸਾਰ ਚੱਲਦਾ ਸੀ ਕੰਮ। ਲੋਹਾ ਗਰਮ ਕਰਕੇ ਉਹਦੇ ਕੰਨ 'ਚ ਪਾ ਦਿਓ ਜੀ। ਸੜਦਾ ਸੜਦਾ ਲੋਹਾ ਅਗਲੇ ਦੇ ਕੰਨ 'ਚ ਪਾ ਦਿੰਦੇ। ਕੰਨ ਦਾ ਕੀ ਬਣਦਾ ਹੋਏਗਾ ਜੀ, ਸਰੀਰ ਦਾ ਕੀ ਬਣਦਾ ਹੋਏਗਾ। ਵੇਦ ਸੁਣਨ ਨਹੀਂ ਹੀ ਦਿੰਦੇ ਹੁੰਦੇ ਕਿਸੇ ਨੂੰ। ਮਹਾਰਾਜ ਕਹਿੰਦੇ ਦੁਰ ਦੁਰ ਬੈਠਤ ਕਬਹੂ ਭਨੋ। ਤੁਸੀਂ ਤੇ ਲੁੱਕ ਲੁੱਕ ਕੇ ਬਹਿ ਕੇ ਪੜ੍ਹਦੇ ਹੋ। ਮਹਾਰਾਜ ਕਹਿਣ ਲੱਗੇ ਕੋਈ ਸ਼ੂਦਰ ਨਾ ਸੁਣ ਲੈ। ਹਾਂਜੀ। ਪੁਨ ਹੈ ਪ੍ਰੇਮ ਪਰਲੋਕ ਕਰੈ ਜੋ, ਕੋਟ ਮਦੇ ਨਰਕੋ ਤਰਤੈ ਜੋ। ਫਿਰ ਮਹਾਰਾਜ ਕਹਿਣ ਲੱਗੇ ਜਿਹੜਾ ਉਹਨਾਂ ਨਾਲ ਪ੍ਰੇਮ ਕਰੇਗਾ, ਸਮਝੇਗਾ, ਮਹਾਰਾਜ ਕਹਿੰਦੇ ਉਹੋ ਹੀ ਤਰੇਗਾ ਨਾ। ਫਿਰ ਹਰ ਕੋਈ, ਹਰ ਇੱਕ ਦੀ ਪਹੁੰਚ ਹੀ ਨਹੀਂ ਹੈਗੀ ਵੇਦਾਂ ਤੱਕ ਦੀ। ਵੇਦ ਨੂੰ ਹਰ ਬੰਦਾ ਸੁਣ ਸਕੇ, ਸਮਝ ਸਕੇ, ਇੱਥੋਂ ਤੱਕ ਪਹੁੰਚ ਹੀ ਨਹੀਂ ਹੈਗੀ ਕਿਸੇ ਦੀ ਜੀ।
25 ਸਾਲ ਮਿਹਨਤ ਲਾ ਕੇ ਤੇ ਫਿਰ ਵੇਦਾਂ ਦੇ ਪਾਠੀ ਬਣਦੇ ਸਨ ਜੀ। ਹਾਂਜੀ। ਜਥਾ ਕੂਪ ਕੋ ਨੀਰ ਪਛਾਨ, ਜੋ ਜਬ ਘਾਲੈ ਘਾਲ ਮਹਾਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਵੇਦ ਪਤਾ ਕਿੱਦਾਂ ਦੇ ਆ, ਵੇਦ ਪਾਠ ਪੁਰਾਣ ਇਹਨਾਂ ਨੂੰ ਤੁਸੀਂ ਕਿਹੋ ਜਿਹੇ ਬਣਾਤਾ ਜਿਵੇਂ ਖੂਹ ਦੀ ਖੇਤੀ ਹੁੰਦੀ ਹੈ ਜੀ। ਪਿਆਰਿਓ, ਖੂਹ ਦੀ ਖੇਤੀ ਕੀ ਹੈ? ਜਿਹੜਾ ਮਿਹਨਤ ਕਰੇਗਾ, ਪਾਣੀ ਕੱਢੇਗਾ, ਉਹਨੂੰ ਹੀ ਲਾਭ ਹੋਣਾ ਜੀ। ਹਾਂਜੀ, ਉਹਨੂੰ ਹੀ ਲਾਭ ਹੋਣਾ, ਦੂਜੇ ਨੂੰ ਕੋਈ ਲਾਭ ਨਹੀਂ ਜੀ। ਬੜੀ ਖੇਚਲ ਕਰਨੀ ਪੈਂਦੀ ਹੈ। ਹਾਂਜੀ। ਨਿਜ ਹਿਤ ਕੁਛ ਖੇਤੀ ਕਰ ਲੇਤ। ਕੁਝ ਬੰਦੇ ਉਸ ਖੂਹ ਵਿੱਚੋਂ ਪਾਣੀ ਕੱਢ ਕੇ ਆਪਣੇ ਭਲੇ ਲਈ ਆਪਣੀ ਖੇਤੀ ਕਰ ਸਕਦੇ ਆ, ਦੂਜੇ ਖੇਤਾਂ ਤੱਕ ਪਾਣੀ ਕਿਵੇਂ ਪਹੁੰਚਾਵਾਂਗੇ ਜੀ। ਹਾਂਜੀ। ਜੇ ਨਿਜ ਪਾਲਨ ਸੋ ਕਰ ਹੇਤ। ਮਹਾਰਾਜ ਕਹਿਣ ਲੱਗੇ ਉਹ ਆਪਣੀ ਖੇਤੀ ਪਾਲ ਸਕਦੇ ਆ ਪ੍ਰੇਮ ਨਾਲ, ਬਾਕੀ ਤੇ ਨਹੀਂ ਨਾ ਖੂਹ ਨਾਲ ਕੰਮ ਹੋ ਸਕਦਾ। ਹਾਂਜੀ। ਸ਼੍ਰੀ ਸਤਿਗੁਰ ਕੋ ਸ਼ਬਦ ਸੁਖਾਰੋ। ਮਹਾਰਾਜ ਕਹਿੰਦੇ ਇਹ ਵੇਦ ਨੇ। ਗੱਜ ਕੇ ਆਖੋ ਵਾਹਿਗੁਰੂ। ਭਾਵ ਸੀਮਤ ਜੇ ਲੋਕ ਵੇਦ ਪੜ੍ਹ ਸਕਦੇ ਸੀਗੇ, ਜਿਵੇਂ ਖੂਹ ਦੀ ਖੇਤੀ ਸੀਮਤ ਜੇ ਲੋਕ ਕਰ ਸਕਦੇ ਨਾ, ਉਵੇਂ ਵੇਦਾਂ ਨੂੰ ਵੀ ਸੀਮਤ ਜੇ ਲੋਕ ਹੀ ਪੜ੍ਹ ਸਕਦੇ ਜੀ। ਸ਼ੂਦਰ ਤੇ ਪੜ੍ਹ ਹੀ ਨਹੀਂ ਸਕਦਾ, ਸੁਣ ਹੀ ਨਹੀਂ ਸਕਦਾ ਜੀ। ਉਹ ਸਾਂਝੇ ਤੇ ਨਾ ਹੋਏ ਫਿਰ ਜੀ। ਦੱਸੋ, ਸਾਂਝੇ ਹੋਏ ਜੀ ਸਾਰੇ ਜਗਤ ਵਾਸਤੇ, ਆਮ ਮਾੜੇ ਬੰਦੇ ਵਾਸਤੇ ਤੇ ਨਾ ਹੋਏ ਜੀ। ਉਹ ਮਹਾਰਾਜ ਕਹਿੰਦੇ ਹੁਣ ਗੁਰੂ ਦੀ ਬਾਣੀ ਸੁਣੋ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਬੜਾ ਹੀ ਸੌਖਾ ਮਹਾਰਾਜ ਕਹਿਣ ਲੱਗੇ। ਹੁਣ ਤੁਸੀਂ ਵੇਦਾਂ ਦਾ ਸੁਣ ਲਓ ਜੀ ਪਾਠ। ਚਲੋ ਦਾਸ ਕਿਹੜਾ ਵੇਦ ਪੜ੍ਹਿਆ, ਪਰ ਇੱਕ ਮੰਤਰ ਪੜ੍ਹਦੇ ਹੁੰਦੇ, ਗਾਇਤਰੀ ਮੰਤਰ। ਪਿੱਛੇ ਜੇ ਵੀ ਆਪਾਂ ਗੁਰੂ ਰਾਮਦਾਸ ਜੀ ਜਦੋਂ ਲਾਹੌਰ ਗਏ ਤੇ ਤੁਸੀਂ ਸੁਣਿਆ ਸੀਗਾ, ਓਮ ਬੂਰ ਬੁਵਰ ਸਵਹ ਤਸਹ ਬਤੁਰ ਵਰੇਨਿਯਮ ਭਰਗੋ ਦੇਵਸਯ ਧੀਮਹਿ ਧੀਓ ਯੋ ਨ ਪ੍ਰਚੋਦਇਆ। ਹੁਣ ਸਮਝ ਨਹੀਂ ਆਈ ਵੀ ਕੀ ਲਿਖਿਆ ਜੀ। ਹਾਂਜੀ। ਓਮ ਬੂਰ ਬੁਵਰ ਸਵਹ ਤਸਹ ਬਤੁਰ ਵਰੇਨਿਯਮ ਭਰਗੋ ਦੇਵਸਯ ਧੀਮਹਿ ਧੀਓ ਯੋ ਨ ਪ੍ਰਚੋਦਇਆ। ਹੁਣ ਇਹਦੇ ਅਰਥ ਨਹੀਂ ਪਤਾ ਲੱਗੇ ਤੁਹਾਨੂੰ ਜੀ। ਹੁਣ ਮਹਾਰਾਜ ਦੀ ਬਾਣੀ ਸੁਣੋ। ਗੌੜੀ ਮਹੱਲਾ ਪੰਜਵਾਂ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਾਜ ਸਵਾਰੇ। ਹੁਣ ਦੱਸੋ ਅਰਥ ਕਰਨ ਦੀ ਲੋੜ ਹੈਗੀ ਜੀ? ਉਦਾਂ ਹੀ ਪਤਾ ਲੱਗ ਜਾਂਦਾ ਜੀ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾ ਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਣ ਪਰੇ ਪ੍ਰਭ ਅੰਤਰ ਜਾਮੀ, ਨਾਨਕ ਕੋਟ ਪਕਰੀ ਪ੍ਰਭ ਸੁਆਮੀ। ਹਾਂਜੀ, ਬੜੀ ਸੌਖੀ ਬਾਣੀ ਮਹਾਰਾਜ ਦੀ। ਹੋਰ ਸ਼ਬਦ ਸੁਣ ਲਓ। ਮੇਰਾ ਸਤਿਗੁਰ ਰਖਵਾਲਾ ਹੋਆ। ਬੜਾ ਸਰਲ ਪੰਗਤੀ ਹੈ, ਆਮ ਬੰਦੇ ਨੂੰ ਸਮਝ ਆ ਜਾਂਦੀ ਜੀ। ਹਾਂਜੀ। ਕਰਨ ਕਰਾਵਣ ਕਰਨੈ ਹਾਰ, ਮਾਨੁਖ ਕਹਿ ਕਿਛ ਨਾਹੀ ਹਾਥ। ਲਓ, ਅਰਥ ਕਰਨ ਦੀ ਲੋੜ ਨਹੀਂ ਹੈਗੀ ਜੀ। ਇਸ ਤਰ੍ਹਾਂ ਬੇਅੰਤ ਪੰਗਤੀਆਂ ਨੇ, ਬੇਅੰਤ ਪੰਗਤੀਆਂ ਨੇ। ਮਹਾਰਾਜ ਦੀ ਬਾਣੀ ਜਿਹੜੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਧੁਰ ਕੀ ਬਾਣੀ, ਗੁਰੂ ਅਮਰਦਾਸ ਸਾਹਿਬ ਕਹਿੰਦੇ ਬੜੀ ਸੌਖੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਾਰੰਗ ਬਾਰ ਬਾਰ ਪ੍ਰਭ ਜਪੀਐ। ਹਾਂਜੀ, ਬਾਰੰਗ ਬਾਰ ਬਾਰ ਪ੍ਰਭ ਜਪੀਐ। ਕਿੰਨਾ ਸੌਖਾ, ਛੇਤੀ ਸਮਝ ਆ ਰਹੀ ਹੈ ਜੀ। ਹਾਂਜੀ। ਸਰਬ ਜਾਤ ਕੋ ਹੈ ਅਧਿਕਾਰੋ। ਮਹਾਰਾਜ ਕਹਿੰਦੇ ਇੱਕ ਤੇ ਸੌਖੀ ਹੈ, ਪੜਨ ਵਿੱਚ ਬੜੀ ਸਰਲ ਹੈ, ਤੇ ਦੂਜਾ ਕੋਈ ਜਾਤ ਦਾ ਬੰਦਾ ਪੜ੍ਹਦੇ ਸਾਰੇ ਅਧਿਕਾਰੀ ਨੇ। ਕਿਸੇ ਨੂੰ ਮਨਾਹੀ ਨਹੀਂ ਹੈਗੀ ਵੀ ਸ਼ੂਦਰ ਨਹੀਂ ਪੜ੍ਹ ਸਕਦਾ। ਜਪਜੀ ਸਾਹਿਬ ਜੀ ਦੀ ਬਾਣੀ ਸਾਰੇ ਪੜ੍ਹੋ। ਸਾਰੀ ਬਾਣੀ ਸਾਰੇ ਮਨੁੱਖ ਪੜ੍ਹ ਸਕਦੇ ਆ। ਹਾਂਜੀ। ਸਰਬ ਕਾਲ ਅਰ ਸਗਲੇ ਦੇਸ਼। ਫਿਰ ਕੋਈ ਹਰ ਸਮੇਂ ਪੜ੍ਹੇ, ਹਰ ਦੇਸ਼ ਵਿੱਚ ਪੜ੍ਹੇ,
ਕੋਈ ਮਨਾਹੀ ਨਹੀਂ ਹੈਗੀ। ਮਹਾਰਾਜ ਕਹਿਣ ਲੱਗੇ ਇਹ ਮਨਾਹੀ ਸੀਗੀ ਜੀ। ਹਾਂਜੀ, ਲਘੂ ਬਿਲਾਸ ਸਭ ਹਤੈ ਕਲੇਸ਼। ਭਾਵੇਂ ਕੋਈ ਛੋਟਾ ਹੋਵੇ ਤੇ ਭਾਵੇਂ ਕੋਈ ਵੱਡਾ ਹੋਵੇ, ਗੁਰੂ ਦੀ ਬਾਣੀ ਪੜ੍ਹ ਕੇ ਹਰ ਕੋਈ ਆਪਣਾ ਕਲੇਸ਼ ਦੂਰ ਕਰ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਕੋਈ ਪੜ੍ਹ ਲੈ ਜੀ। ਪਿੱਛੇ ਜੇ ਬੜੀ ਫੋਟੋ ਇੱਕ ਪ੍ਰਚਲਿਤ ਹੋਈ ਸੀਗੀ ਹਰਿਮੰਦਰ ਸਾਹਿਬ ਮੁੱਖ ਦਰਬਾਰ ਦੇ ਵਿੱਚ, ਜਿਹੜਾ ਉੱਪਰਲਾ ਪਾਸਾ ਨਾ ਜੀ, ਇੱਕ ਮੁਸਲਮਾਨ ਵੀਰ ਬੈਠਾ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀਗਾ ਜੀ। ਮਹਾਰਾਜ ਕਹਿੰਦੇ ਕੋਈ ਪੜ੍ਹ ਲੈ, ਐਸਾ ਨਹੀਂ ਕੀਤਾ ਜਾਏਗਾ ਵੀ ਤੂੰ ਬਾਣੀ ਸੁਣ ਲਈ ਹੈ ਤੇਰੇ ਕੰਨ 'ਚ ਸਿੱਕਾ ਢਾਲ ਕੇ ਪਾ ਦੇਣਾ ਹੈ। ਨਹੀਂ, ਇੱਥੇ ਤੇ ਮਹਾਰਾਜ ਦੀ ਬਾਣੀ ਆਵਾਜ਼ਾਂ ਮਾਰਦੀ, ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਆਵਾਜ਼ਾਂ ਮਾਰਦੀ ਹੈ। ਆਵੋ ਸੰਤ, ਕਿੰਨੀਆਂ ਥਾਵਾਂ ਤੇ ਮਹਾਰਾਜ ਕਹਿੰਦੇ ਆ ਆਵੋ ਸਿੱਖ ਆਵਾਜ਼ਾਂ ਮਾਰਦੇ ਆ। ਹਾਂਜੀ, ਧਨੀ ਨਿਰਧਨੀ ਸਭ ਲੈ ਪਾਏ। ਫਿਰ ਮਹਾਰਾਜ ਕਹਿਣ ਲੱਗੇ ਗਰੀਬ ਬੰਦਾ ਵੇਦ ਨਹੀਂ ਪੜ੍ਹ ਸਕਦਾ ਜੀ। ਕਿਉਂ? ਬ੍ਰਾਹਮਣ ਪੁਰਸ਼ਾਂ ਕੋਲ ਬੈਠ ਕੇ ਕਈ ਸਾਲ ਮਾਇਆ ਦੇ ਕੇ ਵੇਦ ਪੜ੍ਹਨੇ ਪੈਂਦੇ ਸਨ, ਤੇ ਜਿਹਦੇ ਕੋਲ ਪੈਸੇ ਨਹੀਂ ਹੈਗੇ ਜੀ ਉਹ ਤੇ ਵੇਦ ਪੜ੍ਹ ਹੀ ਨਹੀਂ ਸਕਦਾ ਜੀ। ਤੇ ਮਹਾਰਾਜ ਕਹਿੰਦੇ ਸੁਣੋ, ਗੁਰੂ ਦੀ ਬਾਣੀ ਇੰਨੀ ਸੌਖੀ ਹੈ, ਗਰੀਬ ਅਮੀਰ ਹਰ ਕੋਈ ਸਮਝ ਕੇ ਪੜ੍ਹ ਸਕਦਾ ਜੀ। ਹੁਣ ਵੇਖੋ ਨਾ ਜੀ, ਅੱਜ ਆਪਾਂ ਸੌਖੇ ਕੰਮ ਵੱਲ ਭੱਜਦੇ ਹਾਂ ਵੀ ਉਹ ਕੰਮ ਕਰੀਏ ਜਿਹੜਾ ਸੌਖਾ ਹੋ ਜਾਏ ਤੇ ਛੇਤੀ ਹੋ ਜਾਏ, ਤੇ ਗੁਰੂ ਦੀ ਬਾਣੀ ਬੜੀ ਸਰਲ ਹੈਗੀ ਹੈ ਜੀ। ਹਾਂਜੀ, ਉਠਤ ਬੈਠਤ ਹਰ ਗੁਣ ਗਾਏ। ਮਹਾਰਾਜ ਕਹਿਣ ਲੱਗੇ ਧਨੀ ਨਿਰਧਨੀ ਗੁਰਬਾਣੀ ਕੋਈ ਵੀ ਪੜ੍ਹ ਲੈ। ਗੁਰਬਾਣੀ ਪੜ੍ਹਨੇ ਕੀ ਹੈ? ਰੱਬ ਦੇ ਗੁਣ ਗਾਉਣੇ। ਭਾਵੇਂ ਉੱਠਦਿਆਂ ਪੜ੍ਹੀ ਜਾਵੇ ਤੇ ਭਾਵੇਂ ਬੈਠਦਿਆਂ ਪੜ੍ਹੀ ਜਾਵੇ, ਭਾਵੇਂ ਤੁਰਦਿਆਂ ਪੜ੍ਹੀ ਜਾਵੇ ਜੀ। ਲੋਕ ਜਿਹੜੇ ਤੇ ਗੁਰੂ ਦੇ ਸਿੱਖ ਨੇ ਉਹਨਾਂ ਨੂੰ ਤੇ ਬਾਣੀ ਯਾਦ ਹੀ ਹੈ, ਪਰ ਜਿਹੜੇ ਹਿੰਦੂ ਵੀਰ ਮੁਸਲਮਾਨ ਵੀਰ ਕਦੀ ਗੁਰੂ ਘਰਾਂ 'ਚ ਆਉਂਦੇ ਨਾ, ਕਦੀ ਗੁਰੂ ਘਰਾਂ 'ਚ ਮਹਾਰਾਜ ਦੀ ਬਾਣੀ ਦੇ ਸ਼ਬਦ ਇੰਨੇ ਸੌਖੇ ਹੈਗੇ ਆ, ਉਹਨਾਂ ਨੂੰ ਵੀ ਯਾਦ ਹੈਗੇ ਜੀ। ਤੁਸੀਂ ਵੇਖ ਲਿਓ, ਮੂਲ ਮੰਤਰ ਤਕਰੀਬਨ ਸਾਰਿਆਂ ਨੂੰ ਯਾਦ ਹੋਏਗਾ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੰਨੇ ਸਰਲ ਬਾਣੀ ਹੈ, ਹਿੰਦੂਆਂ ਨੂੰ ਵੀ ਯਾਦ ਹੁੰਦੀ ਤੇ ਮੁਸਲਮਾਨਾਂ ਨੂੰ ਵੀ ਜੀ। ਆਮ ਪਿੰਡਾਂ ਦੇ ਬੰਦੇ ਜਿਹੜੇ ਨਹੀਂ ਨਾ ਪੜ੍ਹੇ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਉਹ ਵੀ ਸੁਣਾ ਦਿੰਦੇ ਸੀਗੇ ਪੰਗਤੀਆਂ। ਫਿਰ ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਸਾਰੇ ਦਾ ਸਾਰਾ ਸ਼ਬਦ ਹਿੰਦੂ ਵੀਰਾਂ ਨੂੰ ਵੀ ਯਾਦ ਹੈਗਾ ਜੀ। ਬੜੇ ਐਸੇ ਸ਼ਬਦ ਨੇ ਜੀ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਇਹ ਤੇ ਕੋਈ ਪੜ੍ਹ ਲੇ ਉਹਦਾ ਹੀ ਭਲਾ ਹੋਏਗਾ। ਬਿਨਾ ਸੌਚ ਕਹਿ ਕਰੇ ਇਸ਼ਨਾਨ, ਕਰੈ ਭਜਨ ਪਾਵੈ ਕਲਿਆਣ। ਫਿਰ ਮਹਾਰਾਜ ਗਰੀਬ ਨਵਾਜ ਕਹਿੰਦੇ ਬਿਨਾ ਸੋਚ ਦੇ ਇਸ਼ਨਾਨ ਕਰਦੇ ਭਜਨ ਬੰਦਗੀ ਕਰਦਾ ਬੰਦਾ ਮੁਕਤ ਹੋ ਜਾਂਦਾ ਹੈ। ਉਹਨਾਂ ਦੀਆਂ ਕੰਡੀਸ਼ਨਾਂ ਨੇ, ਇਸ ਤਰ੍ਹਾਂ ਪੜ੍ਹਨਾ, ਇਸ ਤਰ੍ਹਾਂ ਪੜ੍ਹਨਾ ਹੈ। ਗੁਰਬਾਣੀ ਦੀ ਕੋਈ ਕੰਡੀਸ਼ਨ ਨਹੀਂ ਹੈ। ਪਿਆਰਿਓ, ਸਵੇਰੇ ਉੱਠਦਿਆਂ ਸਾਰੀ ਜਪਣੀ ਸ਼ੁਰੂ ਹੋ ਜਾਓ ਜੀ। ਇਸ਼ਨਾਨ ਪਾਣ ਹੋ ਕੇ ਬੈਠ ਕੇ ਪੜ੍ਹਨ ਵਿੱਚ ਤੇ ਹੋਰ ਬੜਾ ਵੱਡਾ ਪ੍ਰਤਾਪ ਹੋ ਜਾਂਦਾ ਬੰਦੇ ਦਾ। ਹਾਂਜੀ, ਨੀਚ ਊਚ ਸਭ ਕੋ ਇਕਸਾਰ, ਤਿਸ ਪਰ ਸੁਨ ਦ੍ਰਿਸ਼ਟਾਂਤ ਉਦਾਰ। ਧੰਨ ਗੁਰੂ ਅਮਰਦਾਸ ਸਾਹਿਬ ਉਹਨਾਂ ਬ੍ਰਾਹਮਣਾਂ ਪੰਡਤਾਂ ਨੂੰ ਕਹਿਣ ਲੱਗੇ, ਰੱਬ ਦੇ ਪਿਆਰਿਓ, ਗੁਰੂ ਦੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੀਵਿਆਂ ਵਾਸਤੇ ਵੀ ਹੈਗੀ ਤੇ ਉੱਚਿਆਂ ਵਾਸਤੇ ਵੀ ਹੈਗੀ ਹੈ। ਵੇਦ ਇਕੱਲੇ ਉੱਚਿਆਂ ਵਾਸਤੇ ਹੈ, ਨੀਵਿਆਂ ਵਾਸਤੇ ਨਹੀਂ ਹੈਗੀ। ਇਹ ਨੀਚ ਊਚ ਸਭ ਕੋ ਇੱਕ ਸਾਰ, ਫਿਰ ਬਰਾਬਰ ਹੈਗੀ ਆ। ਇਹ ਨਹੀਂ ਬ੍ਰਾਹਮਣ ਪੜ੍ਹੇਗਾ ਤੇ ਉਹਨੂੰ ਜ਼ਿਆਦਾ ਫਲ ਹੋਏਗਾ, ਸ਼ੂਦਰ ਪੜ੍ਹੇਗਾ ਉਹਨੂੰ ਵੀ ਓਨਾ ਹੀ ਫਲ ਮਿਲੇਗਾ ਜੀ। ਮਹਾਰਾਜ ਕਹਿੰਦੇ ਇਹਦੇ ਤੇ ਦ੍ਰਿਸ਼ਟਾਂਤ ਸੁਣੋ। ਹਾਂਜੀ, ਵੇਦ ਪੁਰਾਨ ਕੂਪ ਜਲ ਜੈਸੇ, ਬਰੋਸਾਏ ਕੋ ਇੱਕ ਕਿਤ ਕੈਸੇ। ਵੇਦ ਪੁਰਾਣ ਖੂਹ ਦੇ ਜਲ ਵਾਂਗ ਹਨ। ਮਹਾਰਾਜ ਕਹਿੰਦੇ ਉਹਦੇ ਤੋਂ ਕੋਈ ਲਾਭ ਲੈਂਦਾ ਜੀ,
ਖੂਹ ਦੇ ਪਾਣੀ ਤੋਂ ਸਾਰਾ ਜਗਤ ਲਾਭ ਨਹੀਂ ਲੈ ਸਕਦਾ ਜੀ। ਹਾਂਜੀ, ਸਤਿਗੁਰ ਬਾਣੀ ਮੇਘ ਸਮਾਨ। ਪਰ ਗੁਰੂ ਜੀ ਦੀ ਬਾਣੀ ਕੀ ਹੈ? ਗੁਰੂ ਜੀ ਦੀ ਬਾਣੀ ਬੱਦਲਾਂ ਵਰਗੀ, ਬੱਦਲਾਂ ਵਰਗੀ। ਹਾਂਜੀ, ਬਰਖੈ ਚੌਂ ਦਿਸ਼ ਵਿਖੈ ਮਹਾਨ। ਤੇ ਜਦੋਂ ਬੱਦਲ ਵਰਸਦੇ ਐ ਪਿਆਰਿਓ, ਚਾਰੋਂ ਪਾਸੇ ਬਰਾਬਰ ਵਰਸਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਤੇ ਖੂਹ ਵੀ ਮੱਲੇ ਹੁੰਦੇ ਸੀਗੇ ਉਦੋਂ ਦੀ। ਇਹ ਬ੍ਰਾਹਮਣਾਂ ਦਾ, ਸ਼ੂਦਰ ਇੱਥੇ ਆ ਕੇ ਪਾਣੀ ਨਹੀਂ ਭਰ ਸਕਦਾ ਜੀ। ਪਰ ਜਦੋਂ ਮੀਂਹ ਪੈਂਦਾ ਤੇ ਬ੍ਰਾਹਮਣ ਨੇ ਵੀ ਆਉਣਾ ਹੀ ਨਹਾਉਣਾ ਤੇ ਸ਼ੂਦਰ ਨੇ ਵੀ ਆਉਣਾ ਨਹਾਉਣਾ। ਕਿਉਂ? ਬੱਦਲ ਨੇ ਫਰਕ ਨਹੀਂ ਕਰਨਾ ਵੀ ਮੈਂ ਬ੍ਰਾਹਮਣ ਦਾ ਤੇ ਬ੍ਰਾਹਮਣ ਘਰ ਪੈਣਾ ਜੀ। ਗੁਰੂ ਦੀ ਬਾਣੀ ਮੀਂਹ ਪਿਆ ਜੇ ਸੰਸਾਰ ਉੱਤੇ ਜੀ। ਕੋਈ ਪੜ੍ਹਦੇ। ਪਿਛਲੇ ਦੇ ਇੰਟਰਵਿਊ ਤੇ ਇੱਕ ਤਾਂਤਰਿਕ ਦੀ ਇੰਟਰਵਿਊ ਆ ਰਹੀ ਸੀ। ਗੱਜ ਕੇ ਆਖੋ ਵਾਹਿਗੁਰੂ। ਤਾਂਤਰਿਕ ਦੀ। ਔਰ ਉਹ ਤਾਂਤਰਿਕ ਕਹਿਣ ਲੱਗਾ ਸਿੱਖਾਂ ਨੂੰ ਨਹੀਂ ਕੁਝ ਹੋ ਸਕਦਾ, ਸਿੱਖਾਂ ਤੇ ਸਾਡੇ ਤੰਤਰਾਂ ਮੰਤਰਾਂ ਦਾ ਅਸਰ ਨਹੀਂ ਚੱਲ ਸਕਦਾ। ਇੰਟਰਵਿਊ ਵਾਲੇ ਕਹਿੰਦੇ ਕਿਉਂ? ਕਹਿੰਦੇ ਉਹਨਾਂ ਕੋਲ ਮੂਲ ਮੰਤਰ, ਉਹਨਾਂ ਕੋਲ ਸੁਖਮਣੀ ਸਾਹਿਬ ਹੈਗਾ। ਕਹਿਣ ਲੱਗਾ ਜਿੰਨਾ ਵਰਜੀ ਵੱਡਾ ਹੀ ਕਾਲਾ ਜਾਦੂ ਕਿਸੇ ਤੇ ਕਰ ਦਈਏ, ਸੁਖਮਣੀ ਸਾਹਿਬ ਪੜ੍ਹਨ ਵਾਲੇ ਦੇ ਅੱਗੇ ਸਾਰਾ ਕੁਝ ਹੀ ਖਤਮ ਹੋ ਜਾਂਦਾ। ਕਹਿੰਦਾ ਇੱਕ ਤਾਂਤਰਿਕ ਆਪਣੀ ਵੀਡੀਓ, ਆਪਣੀ ਇੰਟਰਵਿਊ ਵਿੱਚ ਦੱਸ ਰਿਹਾ ਜੀ। ਤੇ ਹੈ ਕਿ ਨਹੀਂ? ਫਿਰ ਉਹ ਕਹਿੰਦਾ ਮੈਂ ਖੁਦ ਪੜ੍ਹਦਾ ਹਾਂ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਮੈਂ ਖੁਦ ਪੜ੍ਹਦਾ ਆਪਣੇ ਬਚਾਓ ਵਾਸਤੇ, ਸੁਖਮਨੀ ਸਾਹਿਬ ਦਾ ਮੈਂ ਪਾਠ ਖੁਦ ਕਰਦਾ ਜੀ। ਹਾਂਜੀ, ਬਨ ਕੇ ਪਸ ਪੰਛੀ ਸੁਖ ਪਾਵਹਿ, ਕਰੈ ਪਾਨ ਅਰ ਤਿਪਤ ਮਿਟਾਵੈ। ਤੇ ਪਿੱਛੇ ਜੇ ਗੁਰਮੁਖ ਪਿਆਰੇ ਇੱਧਰ ਬੰਗਾਲ ਵਾਲੇ ਪਾਸੇ ਗਏ, ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਸਨ। ਮਹਾਰਾਜ ਮੂਲ ਮੰਤਰ ਲਿਖ ਕੇ ਦੇ ਕੇ ਆਏ ਸੀਗੇ ਜੀ। ਤੇ ਗੁਰੂ ਕੇ ਸਿੱਖ ਗਏ ਤੇ ਬੰਗਾਲ 'ਚ ਤੰਤਰ ਮੰਤਰ ਟੂਣਿਆਂ ਦਾ ਬੜਾ ਜ਼ੋਰ ਹੈ। ਉਹ ਪੁੱਛਦੇ ਆ ਕੁਝਨਾਂ ਨੂੰ ਵੀ ਤੁਹਾਡੇ ਉੱਤੇ ਤੰਤਰ ਮੰਤਰਾਂ ਦਾ ਜ਼ੋਰ ਨਹੀਂ? ਉਹ ਕਹਿੰਦੇ ਸਾਡੇ ਕੋਲ ਵੱਡਾ ਮੰਤਰ ਹੈ। ਉਹ ਜਦੋਂ ਵੱਡਾ ਮੰਤਰ ਕਹਿੰਦੇ ਸਾਨੂੰ ਵਿਖਾਓ, ਉਹ ਵੱਡਾ ਮੰਤਰ ਮੂਲ ਮੰਤਰ ਸੀਗਾ ਜੀ। ਕਹਿੰਦੇ ਅਸੀਂ ਇਹਨੂੰ ਵੱਡਾ ਮੰਤਰ ਕਹਿੰਦੇ ਆ। ਜਿਹੜਾ ਇਹ ਪੜ੍ਹਦਾ ਹੈ ਨਾ, ਉਹਦੇ ਤੇ ਕਿਸੇ ਮੰਤਰ ਦਾ ਅਸਰ ਨਹੀਂ ਹੁੰਦਾ ਜੀ। ਉਹ ਬੰਗਾਲ ਵਾਲੇ ਕੁਝ ਪ੍ਰੇਮੀ ਮੂਲ ਮੰਤਰ ਨੂੰ ਵੱਡਾ ਮੰਤਰ ਕਹਿੰਦੇ ਜੀ। ਜਿਹੜਾ ਸਾਰੇ ਮੰਤਰਾਂ ਨੂੰ ਫੇਲ ਕਰਦੇ ਉਹ ਵੱਡਾ ਹੈ ਜੀ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਜਿਵੇਂ ਮੀਂਹ ਪੈਂਦਾ ਹਿੰਦੂ ਮੁਸਲਮਾਨ ਬ੍ਰਾਹਮਣ ਸਾਰਿਆਂ ਲਈ ਸਾਂਝਾ ਹੁੰਦਾ, ਗੁਰੂ ਦੀ ਬਾਣੀ ਵਿਤਕਰਾ ਨਹੀਂ ਕਰਦੀ ਜੀ। ਬਨ ਕੇ ਪਸ ਪੰਛੀ ਸੁਖ ਪਾਵਹਿ। ਗੱਜ ਕੇ ਆਖੋ ਵਾਹਿਗੁਰੂ। ਫਿਰ ਮੀਂਹ ਦਾ ਇਕੱਲੇ ਬੰਦਿਆਂ ਨੂੰ ਹੀ ਸੁੱਖ ਹੈ? ਨਹੀਂ, ਮਹਾਰਾਜ ਕਹਿੰਦੇ ਮੀਂਹ ਦਾ ਸੁੱਖ ਪੰਛੀਆਂ ਨੂੰ ਵੀ ਹੈਗਾ ਤੇ ਜਾਨਵਰਾਂ ਨੂੰ ਵੀ ਹੈਗਾ। ਤੇ ਪਿਆਰਿਓ ਸੱਚ ਕਰਕੇ ਮੰਨਿਓ, ਗੁਰੂ ਦੀ ਬਾਣੀ ਦਾ ਅਸਰ ਪਸ਼ੂਆਂ ਤੇ ਵੀ ਹੈਗਾ ਤੇ ਪੰਛੀਆਂ ਤੇ ਵੀ ਹੈਗਾ ਜੀ। ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਕਥਾ ਕਰਦੇ ਹੁੰਦੇ ਸੀਗੇ, ਜਾਨਵਰ ਕਥਾ ਸੁਣਦੇ ਹੁੰਦੇ ਸੀਗੇ ਜੀ। ਬਾਣੀ ਦੀ ਕਥਾ ਕਰਨੀ ਜੀ ਉਹਨਾਂ ਨੂੰ। ਹਾਂਜੀ, ਕਰਹਿ ਪਾਨ ਅਰ ਤਪਤ ਮਿਟਾਵਹਿ। ਮਹਾਰਾਜ ਕਹਿੰਦੇ ਵੇਖੋ ਪੰਛੀ ਉਹ ਵੀ ਪਾਣੀ ਪੀਂਦੇ, ਜਾਨਵਰ ਵੀ ਮੀਂਹ ਦਾ ਪਾਣੀ ਪੀਂਦੇ, ਆਪਣੀ ਤਪਸ਼ ਦੂਰ ਕਰਦੇ, ਪਿਆਸ ਦੂਰ ਕਰਦੇ। ਹਾਂਜੀ, ਕੂਪ ਕਿਸੂ ਕੇ ਹੋਏ ਕ ਨਾਹੀ। ਹੁਣ ਮਹਾਰਾਜ ਕਹਿੰਦੇ ਦੱਸ ਖੂਹ ਵਿੱਚ ਡੰਗਰ ਮੂੰਹ ਮਾਰ ਸਕਦਾ? ਖੂਹ ਦੇ ਪਾਣੀ ਵਿੱਚ ਉਹ ਨਹੀਂ, ਖੂਹ ਦੇ ਪਾਣੀ ਨੂੰ ਉਹ ਨਹੀਂ ਪੀ ਸਕਦਾ। ਹਾਂਜੀ, ਇੱਕ ਸਮ ਘਨ ਤੇ ਸਭ ਸੁਖ ਪਾਹੀ। ਪਰ ਜਦੋਂ ਬੱਦਲ ਬਰਸਦੇ ਮੀਂਹ ਪੈਂਦਾ ਉਹੀ ਜਾਨਵਰ ਖੁਸ਼ ਹੋ ਜਾਂਦੇ ਆ। ਹੁਣ ਗੱਲ ਸੁਣੋ, ਉਂਝ ਕਈ ਜਾਨਵਰ ਐਸੇ ਜਿਹੜੇ ਨਹਾਉਂਦੇ ਨਹੀਂ ਹੈਗੇ ਜੀ। ਆ ਜਿਹੜੀਆਂ ਗਾਵਾਂ ਮੱਝਾਂ ਫੰਡਰ ਹੁੰਦੀਆਂ ਨੇ, ਜਿਹੜੀਆਂ ਦੁੱਧ ਨਹੀਂ ਦਿੰਦੀਆਂ, ਉਹ ਨਵਾਉਂਦਾ ਜੀ ਕੋਈ ਉਹਨਾਂ ਨੂੰ? ਕੋਈ ਨਹੀਂ ਨਵਾਉਂਦਾ। ਪਰ ਰੱਬ ਨੂੰ ਉਹਨਾਂ ਦਾ ਫਿਕਰ ਹੈਗਾ, ਰੱਬ ਨਵਾਉਂਦਾ ਜੀ ਮੀਂਹ ਪਵਾ ਕੇ ਉਹਨਾਂ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਰੱਬ ਮੀਂਹ ਪਾ ਕੇ ਨਵਾ ਦਿੰਦਾ ਜੀ। ਭਾਵ ਜਿਹੜੇ ਬੰਦਿਆਂ ਦਾ ਕੱਖ ਨਹੀਂ ਬਣ ਸਕਦਾ, ਗੁਰੂ ਦੀ ਬਾਣੀ ਉਹਨਾਂ ਦਾ ਵੀ ਭਲਾ ਕਰਦੀ ਜੀ। ਗੁਰੂ ਦੀ ਬਾਣੀ ਨੇ ਭਲਾ ਕਰਨਾ ਜੀ। ਤੇ ਬਾਣੀ ਕੀ ਹੈ? ਬਾਣੀ ਸਾਡੀ ਗੁਰੂ ਹੈ।
ਇਹਦੇ ਵਿੱਚ ਅੰਮ੍ਰਿਤ ਹੀ ਅੰਮ੍ਰਿਤ ਹੈ। ਹਾਂਜੀ। ਸਗਰੇ ਖੇਤੀ ਬੋਏ ਪਕਾਏ, ਬਿਨਾ ਯਤਨ ਸਭ ਹੀ ਸੁਖ ਪਾਏ। ਵਾਹ ਵਾਹ। ਮਹਾਰਾਜ ਕਹਿਣ ਲੱਗੇ ਫਿਰ ਵੇਖੋ ਜਦੋਂ ਮੀਂਹ ਪੈਂਦਾ ਹੈ, ਸਾਰੇ ਖੇਤੀ ਕਰਦੇ ਆ। ਕਈਆਂ ਦਾ ਆਸਰਾ ਹੀ ਮੀਂਹ ਹੁੰਦਾ ਪਿਆਰਿਓ। ਮੀਂਹ ਪੈਂਦਾ ਹੈ ਫਸਲ ਹੁੰਦੀ, ਮੀਂਹ ਨਾ ਹੋਵੇ ਫਸਲ ਨਹੀਂ ਹੁੰਦੀ ਜੀ। ਮਹਾਰਾਜ ਕਹਿੰਦੇ ਮੀਂਹ ਦਿੰਦਾ ਕਿ ਨਹੀਂ ਸੁੱਖ ਸਾਰਿਆਂ ਨੂੰ। ਹਾਂਜੀ। ਤਿਉ ਸਤਿਗੁਰ ਕੇ ਸ਼ਬਦ ਸੁਖੇਨ। ਬਸ ਮਹਾਰਾਜ ਕਹਿੰਦੇ ਜਿਵੇਂ ਮੀਂਹ ਸਾਰਿਆਂ ਨੂੰ ਸੌਖਾ ਕਰਦਾ, ਉਵੇਂ ਗੁਰੂ ਜੀ ਦੀ ਬਾਣੀ ਸੌਖੀ ਹੈ। ਗੁਰੂ ਦੇ ਸ਼ਬਦ ਸੁਖੇਨ ਹਨ। ਪੜ ਗਤ ਪ੍ਰਾਪਤ ਜੇਨ ਸੁਰੇਨ। ਜਿਹੜਾ ਪੜ੍ਹੇਗਾ ਸੁਣੇਗਾ ਉਹਦੀ ਗੱਤ ਹੋਵੇਗੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਜਿਹੜਾ ਪੜ੍ਹੇਗਾ ਸੁਣੇਗਾ ਉਹਦਾ ਭਲਾ ਹੋਏਗਾ ਜੀ। ਬੜੇ ਸ਼ਬਦ ਨੇ, ਸਾਰੀ ਬਾਣੀ ਸ਼ਬਦਾਂ ਨਾਲ ਹੀ ਭਰੀ ਪਈ ਹੈ ਤੇ ਬੜੀ ਬੜੀ ਸੌਖੀ ਤੇ ਸਰਲ ਬਾਣੀ ਮਹਾਰਾਜ ਦੀ ਜੀ। ਹਾਂਜੀ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਅਰਥਾਂ ਦੀ ਲੋੜ ਨਹੀਂ ਹੈਗੀ ਜੀ। ਮਹਾਰਾਜ ਕਹਿੰਦੇ ਸੌਖੀ ਹੈ। ਹਾਂਜੀ। ਧਰਤੀ ਬਿਖੈ ਕੂਪ ਕੋ ਪਾਣੀ, ਤਿਉ ਮੇਘ ਬਰਖੈ ਸੁਖ ਠਾਨੀ। ਬਸ ਮਹਾਰਾਜ ਕਹਿਣ ਲੱਗੇ ਇੱਕ ਬੰਨੇ ਧਰਤੀ ਦੇ ਉੱਤੇ ਖੂਹ ਹੈ, ਇੱਕ ਬੰਨੇ ਬੱਦਲ ਹੈ। ਵੇਦ ਪੁਰਾਣ ਖੂਹ ਵਰਗੇ, ਗੁਰੂ ਦੀ ਬਾਣੀ ਬੱਦਲ ਹੈ। ਸਾਰਿਆਂ ਤੇ ਇੱਕ ਸਾਰ ਹੈ। ਹਾਂਜੀ। ਇੱਕ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰਿਆਂ ਦਾ ਭਲਾ ਕਰਦੀ ਹੈ ਬਾਣੀ। ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕੋਈ ਰਸਨਾ ਵਾਂਝੀ ਨਾ ਰਵੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਪੋ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਤੇ ਕਰਦੀ ਕਿ ਨਹੀਂ ਫਿਰ ਬਾਣੀ ਭਲਾ ਜੀ। ਹੁਣ ਮਹਾਰਾਜ ਤੀਰਥਾਂ ਤੇ ਨਾ ਜਾਂਦੇ ਤਾਂ ਉਹਨਾਂ ਦੇ ਸ਼ੰਕੇ ਕਿਵੇਂ ਹੱਲ ਹੋਣੇ ਸੀਗੇ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਬੜੀ ਸੌਖੀ ਹੈਗੀ ਹੈ। ਹਾਂਜੀ। ਯਾਂਤੇ ਪੰਡਿਤ ਹਿਰਦੈ ਵਿਚਾਰੋ। ਮਹਾਰਾਜ ਕਹਿੰਦੇ ਇਸ ਕਰਕੇ ਪੰਡਿਤ ਜੀ ਆਪਣੇ ਮਨ 'ਚ ਵਿਚਾਰ ਕਰ ਲੋ। ਹਾਂਜੀ। ਘਨ ਅਰ ਕੂਪ ਨੀਰ ਧਾਰੋ। ਬਸ ਇੱਕ ਬੰਨੇ ਖੂਹ ਹੈ, ਇੱਕ ਬੰਨੇ ਬੱਦਲ ਹੈ, ਮੀਂਹ ਦਾ ਪਾਣੀ ਹੈ। ਹਾਂਜੀ। ਗੁਰਬਾਣੀ ਕੋ ਕਾਰਨ ਇਹੋ। ਬਸ ਇਹੋ ਹੀ ਗੁਰਬਾਣੀ ਦਾ ਕਾਰਨ ਹੈ। ਜਿਵੇਂ ਖੂਹ ਤੇ ਹੈਗੇ ਆ ਪਰ ਰੱਬ ਫਿਰ ਮੀਂਹ ਪਾਉਂਦਾ। ਰੱਬ ਨੂੰ ਪਤਾ ਖੂਹ ਤੱਕ ਸਾਰਿਆਂ ਦੀ ਪਹੁੰਚ ਨਹੀਂ ਹੈਗੀ। ਵੇਦ ਪੁਰਾਣ ਤੇ ਧਰਤੀ ਤੇ ਸਨ ਪਰ ਪਰਮੇਸ਼ਰ ਨੇ ਧੁਰ ਕੇ ਬਾਣੀ ਭੇਜੀ। ਕਿਉਂ? ਉਹਨੂੰ ਪਰਮੇਸ਼ਰ ਨੂੰ ਪਤਾ ਹੈ ਵੇਦਾਂ ਪੁਰਾਣਾਂ ਤੱਕ ਸਾਰਿਆਂ ਦੀ ਪਹੁੰਚ ਨਹੀਂ ਹੈਗੀ। ਬਾਣੀ ਤੱਕ ਸਾਰਿਆਂ ਦੀ ਪਹੁੰਚ ਹੋ ਜਾਣੀ ਹੈ। ਤੇ ਘੱਟੋ ਘੱਟ ਨਹੀਂ ਜਿਹੜੇ ਪੰਜਾਬ ਦੇ ਲੋਕ ਹੈ, ਪੰਜਾਬ 'ਚ ਹਿੰਦੂ ਰਵੇ ਮੁਸਲਮਾਨ ਰਵੇ, ਗੁਰਬਾਣੀ ਦਾ ਇੱਕ ਅੱਧਾ ਸ਼ਬਦ ਉਹਨਾਂ ਨੂੰ ਵੀ ਯਾਦ ਹੁੰਦਾ ਜੀ। ਹੁੰਦਾ ਯਾਦ ਜੀ, ਭਾਵੇਂ ਮੂਲ ਮੰਤਰ ਹੀ ਹੋਵੇ ਜੀ। ਹਾਂਜੀ। ਸੁਨਹੁ ਸੁਜਨ ਨਹਿ ਕਰੋ ਸੰਦੇਹੂ। ਮਹਾਰਾਜ ਕਹਿੰਦੇ ਇਸ ਕਰਕੇ ਤੁਸੀਂ ਵੀ ਬਾਣੀ ਪ੍ਰੇਮ ਨਾਲ ਸੁਣਿਆ ਕਰੋ, ਪੜ੍ਹਿਆ ਕਰੋ, ਸ਼ੱਕ ਨਾ ਕਰਿਆ ਕਰੋ। ਹਾਂਜੀ।
ਬਰੋਸਾਏ ਲੱਖੋਂ ਗੁਰਬਾਣੀ। ਗੁਰੂ ਦੀ ਬਾਣੀ ਨੇ ਲੱਖਾਂ ਨੂੰ ਹੀ ਧਾਰਿਆ, ਲੱਖਾਂ ਨੂੰ ਵਰਸਾਇਆ। ਹਾਂਜੀ, ਊਚ ਨੀਚ ਕੈ ਏਕ ਸਮਾਨੀ। ਗੁਰੂ ਦੀ ਬਾਣੀ ਨੇ ਅੱਜ ਤੱਕ ਨਹੀਂ ਫਰਕ ਕੀਤਾ। ਗੁਰੂ ਅਮਰਦਾਸ ਜੀ ਕਹਿੰਦੇ ਭਾਵੇਂ ਉੱਚਾ ਭਾਵੇਂ ਨੀਵਾਂ, ਗੁਰਬਾਣੀ ਨੇ ਤਾਰਿਆ ਹੀ ਹੈ ਜੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਨਿਸਤਾਰੇ। ਨਿਸਤਾਰੇ ਦਾ ਕੀ ਮਤਲਬ? ਤਾਰ ਦੇਣਾ ਜੀ। ਹਾਂਜੀ, ਪ੍ਰੇਮ ਠਾਨ ਜੋ ਪਠੈ ਵਿਚਾਰ ਹੈ। ਵਾਹਿਗੁਰੂ ਗੱਜ ਕੇ ਕਹੋ ਵਾਹਿਗੁਰੂ। ਵਾਹਿਗੁਰੂ। ਪਿਆਰ ਨਾਲ ਜਿਹੜਾ ਬਾਣੀ ਪੜ੍ਹੇਗਾ, ਜਿਹੜਾ ਬਾਣੀ ਦੇ ਵਿਚਾਰ ਕਰੇਗਾ, ਹਾਂਜੀ, ਬਾਹਰ ਕਮਾਵੈ ਹੋਏ ਨਿਸਤਾਰ ਹੈ। ਉਹ ਗੱਲ ਆ ਗਈ ਨਾ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੇ ਬਾਹਰ ਕਮਾਵਹਿ ਹੋਏ ਨਿਸਤਾਰੇ। ਜਿਹੜਾ ਕਮਾਵੇਗਾ, ਗੁਰਬਾਣੀ ਅਨੁਸਾਰ ਚੱਲੇਗਾ, ਉਹ ਤਰ ਜਾਏਗਾ। ਮਹਾਰਾਜ ਕਹਿਣ ਲੱਗੇ, ਹਾਂਜੀ, ਨਗਰ ਤੀਰਥਨ ਪਰ ਜੋ ਬਾਸੀ, ਸੁਨ ਕਰ ਸਗਲੇ ਭਏ ਹੁਲਾਸੀ। ਪਿੰਡਾਂ ਦੇ ਤੋਂ ਤੀਰਥਾਂ ਦੇ ਲੋਕ, ਥਾਨੇਸਰ ਦੇ ਜਿਹੜੇ ਮਹਾਰਾਜ ਕੋਲ ਆਏ ਸਨ ਨਾ, ਸਾਰੇ ਹੀ ਬੜੇ ਖੁਸ਼ ਹੋ ਗਏ ਜੀ। ਵਾਹ ਵਾਹ, ਗੁਰੂ ਦੀ ਬਾਣੀ ਇੰਨੀ ਸਰਲ ਹੈ। ਹਾਂਜੀ, ਬੰਦਨ ਕਰ ਸਭ ਹੁਣ ਸਰਾਹੇ, ਗਏ ਆਪਣੇ ਧਾਮ ਨਮਾਹੇ। ਤੇ ਉਹ ਮੱਥਾ ਟੇਕ ਕੇ ਦਰਸ਼ਨ ਪਰਸ਼ਨ ਕਰਕੇ ਖੁਸ਼ੀ ਖੁਸ਼ੀ ਆਪਣੇ ਘਰ ਗਏ ਜੀ। ਫਿਰ ਉੱਥੋਂ ਦੇ ਲੋਕ, ਹਾਂਜੀ, ਇਸ ਪ੍ਰਕਾਰ ਕੁਛ ਚਰਚਾ ਭਈ। ਇਸ ਤਰੀਕੇ ਨਾਲ ਥਾਨੇਸਰ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰ ਚਰਚਾ ਕੀਤੀ ਉੱਥੋਂ ਦੇ ਲੋਕਾਂ ਨਾਲ। ਸੁਨ ਕੇਤਕ ਕੀ ਦੁਰਮਤ ਗਈ। ਕਈਆਂ ਦੀ ਤੇ ਸੁਣ ਕੇ ਭੈੜੀ ਮਤ ਦੂਰ ਹੋ ਗਈ ਜੀ। ਉਹ ਬਾਣੀ ਦਾ ਆਸਰਾ ਫੜਦੇ ਆ ਜੀ ਉਹਨਾਂ ਨੇ। ਹਾਂਜੀ, ਖਾਨ ਪਾਨ ਕਰ ਸੰਗਤ ਸਾਥ, ਦੂਜੀ ਨਿਸ ਬਾਸੇ ਜਗਨਾਥ। ਉਸ ਦਿਨ ਫਿਰ ਸਾਰੀ ਦਿਹਾੜੀਆਂ ਸੰਗਤਾਂ ਆਉਂਦੀਆਂ ਰਹੀਆਂ। ਸਾਰੀ ਦਿਹਾੜੀ ਮਹਾਰਾਜ ਦੀ ਹਜ਼ੂਰੀ 'ਚ ਰੌਣਕ ਲੱਗੀ ਰਹੀ। ਰਾਤ ਫਿਰ ਮਹਾਰਾਜ ਥਨੇਸਰ ਰਹੇ। 2 ਰਾਤਾਂ ਰਹੇ ਗੁਰੂ ਅਮਰਦਾਸ ਸਾਹਿਬ ਉੱਥੇ। ਹਾਂਜੀ, ਦਿਵਸ ਤੀਸਰੇ ਤੀਰਥ ਆਨ, ਸਭ ਸਿੱਖਿਆਨ ਜੁਤ ਕੀਨ ਇਸ਼ਨਾਨ। ਉੱਥੋਂ ਫਿਰ ਤੀਜੇ ਦਿਨ ਸੱਚੇ ਪਾਤਸ਼ਾਹ ਹੋਰ ਤੀਰਥ ਵਾਲੇ ਪਾਸੇ ਚਾਲਾ ਪਾ ਰਹੇ ਆ। ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭਾਵਨਾ ਰੱਖੀਏ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਾਰਿਆਂ ਨੂੰ ਸੌਖਿਆਂ ਕਰਨ ਵਾਲੀ ਹੈ। ਬਾਣੀ ਪੜ੍ਹਨ ਵਿੱਚ ਵੀ ਸਰਲ ਹੈ, ਤੇ ਜਿਹੜਾ ਬਾਣੀ ਨੂੰ ਪੜ੍ਹ ਕੇ ਕਮਾਉਂਦਾ ਉਹਦਾ ਭਲਾ ਹੁੰਦਾ ਹੈ। ਕੋਈ ਰਸਨਾ ਬਾਂਝੀ ਨਾ ਰਹੇ। ਸਾਡੀ ਤੇ ਗੁਰੂ ਹੀ ਬਾਣੀ ਹੈ। ਸੋ ਪ੍ਰੇਮ ਨਾਲ ਗੱਜ ਕੇ ਕਹੋ, ਸ੍ਰੀ ਗੁਰੂ ਰਾਮਦਾਸ ਸਾਹਿਬ ਨਾਲ ਸਾਨੂੰ ਉਸ ਸਮੇਂ ਅੱਜ ਜਦੋਂ ਸਾਰਾ ਕੁਝ ਹੋਇਆ। ਤੇ ਇਸ ਕਰਕੇ ਫਿਰ ਮਹਾਰਾਜ ਨੇ ਬਾਅਦ ਵਿੱਚ ਸ਼ਬਦ ਉਚਾਰਿਆ, ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੱਜ ਕੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਤੇ ਇੱਕ ਤਾਂ ਪਾਰਥ ਇਹ ਪੜ੍ਹਦੇ ਆ ਨਾ ਵੀ ਜਿੰਨੇ ਅੰਮ੍ਰਿਤ ਨੇ ਸਾਰੇ ਬਾਣੀ ਵਿੱਚ ਨੇ। ਇੱਕ ਹੁੰਦਾ ਅਰਥ ਸੁਣਿਆ ਸੁਣਾਇਆ, ਮਨੋਂ ਲਾਇਆ ਹੋਇਆ। ਤੇ ਫਰੀਦਕੋਟੀਆਂ ਦੇ ਟੀਕੇ ਵਿੱਚ ਜਿਹੜਾ ਮਹਾਂਪੁਰਖਾਂ ਨੇ ਟੀਕਾ ਕੀਤਾ, ਉਹਦੇ ਵਿੱਚ ਲਿਖਦੇ ਆ ਅਰਥ ਕਰਨ ਵਾਲੇ, ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਭੇਦ ਨਹੀਂ ਜਾਣਨਾ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੇ ਦਾ ਕੀ ਅਰਥ ਲਿਖਿਆ?
ਉਹ ਕਹਿੰਦੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਵਿੱਚ ਸਾਰੀਆਂ ਥਾਵਾਂ ਤੇ ਅੰਮ੍ਰਿਤ ਹੀ ਅੰਮ੍ਰਿਤ ਹੈ। ਵਿੱਚ ਬਾਣੀ ਅੰਮ੍ਰਿਤ ਸਾਰੀ ਬਾਣੀ ਚ ਕੀ ਹੈ? ਅੰਮ੍ਰਿਤ ਹੀ ਹੈ। ਕੋਈ ਜਿੱਥੋਂ ਮਰਜ਼ੀ ਪੜ੍ਹਦੇ ਉੱਥੋਂ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਅੰਮ੍ਰਿਤ ਨੂੰ ਅਸੀਂ ਭੁੰਚ ਸਕੀਏ, ਛਕ ਸਕੀਏ। ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਥਾਨੇਸਰ ਦੀ ਧਰਤੀ ਤੇ ਜਾ ਕੇ ਉਹਨਾਂ ਨੂੰ ਦੱਸਿਆ, ਉਹ ਅਸੀਂ ਕਮਾਈ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ ਸੇ